Hello students, welcome to our class। ਆਪਾਂ ਬੇਟਾ ਲਾਸਟ ਟਾਈਮ ਟੌਪਿਕ ਕਰ ਰਹੇ ਸੀ ਫਿਜ਼ਿਕਸ ਦਾ, ਜੋ ਕਰਵਾਇਆ ਸੀ ਉਹ ਸਮਝ ਆ ਗਿਆ। ਠੀਕ ਹੈ, ਹੁਣ ਅੱਜ ਜੋ ਆਪਾਂ ਟੌਪਿਕ ਸਟਾਰਟ ਕਰਾਂਗੇ ਉਹ ਇਲੈਕਟ੍ਰਿਕ ਲਾਈਨਸ ਆਫ ਫੋਰਸ ਦਾ ਆਪਾਂ ਸਟਾਰਟ ਕਰਾਂਗੇ। ਨੈਕਸਟ ਟੌਪਿਕ ਹੈ ਜਿਹੜਾ ਤੁਸੀਂ ਲਾਸਟ ਟਾਈਮ ਕੀਤਾ ਸੀਗਾ, ਉਹਦਾ ਆਪਾਂ ਕੀਤਾ ਸੀ ਆਪਣੇ ਕੋਲ ਸਰਕੂਲਰ ਲੂਪ ਹੈ, ਉਹਦੇ ਤੋਂ ਕੁਝ ਡਿਸਟੈਂਸ ਦੇ ਉੱਪਰ ਵੀ ਆਰ ਟੂ ਫਾਈਂਡ ਦਾ ਇਲੈਕਟ੍ਰਿਕ ਫੀਲਡ। ਠੀਕ ਹੈ, ਇਲੈਕਟ੍ਰਿਕ ਫੀਲਡ ਆਪਾਂ ਫਾਈਂਡ ਕੀਤੀ ਸੀ, ਉਹਦਾ ਆਪਾਂ ਕੈਲਕੂਲੇਟ ਕੀਤਾ ਸੀ, ਫਾਰਮੂਲਾ ਡਰਾਈਵ ਕੀਤਾ ਸੀ। ਠੀਕ ਹੈ, ਤਾਂ ਦੈਟ ਟੌਪਿਕ ਯੂ ਮਾਈਟ ਹੈਵ ਡਨ, ਤੁਸੀਂ ਉਹ ਕਰ ਲਿਆ ਹੋਏਗਾ। ਤੇ ਆਪਾਂ ਨੈਕਸਟ ਟੌਪਿਕ ਅੱਜ ਸਟਾਰਟ ਕਰਦੇ ਹਾਂ। ਜਿਹੜਾ ਇਹ ਵਾਲਾ ਟੌਪਿਕ ਹੈ, ਇਹਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਸਾਡੇ ਕੋਲ ਹੈ ਇਲੈਕਟ੍ਰਿਕ ਲਾਈਨਸ ਆਫ ਫੋਰਸ। ਬੁੱਕ ਵਿੱਚ ਜੇ ਤੁਸੀਂ ਦੇਖੋਗੇ, ਇਫ ਯੂ ਹੈਵ ਦਾ ਬੁੱਕ, ਤਾਂ ਤੁਹਾਡੇ ਕੋਲ ਇਹ ਵਾਲਾ ਟੌਪਿਕ ਹੈ ਇਲੈਕਟ੍ਰਿਕ ਲਾਈਨਸ ਆਫ ਫੋਰਸ। ਠੀਕ ਹੈ, ਤਾਂ ਇਲੈਕਟ੍ਰਿਕ ਲਾਈਨਸ ਆਫ ਫੋਰਸ ਜਿਹੜਾ ਟੌਪਿਕ ਹੈ ਆਪਣੇ ਕੋਲ, ਇਹ ਕੀ ਚੀਜ਼ ਹੈ ਇਲੈਕਟ੍ਰਿਕ ਲਾਈਨ। ਜਿਵੇਂ ਆਪਣੇ ਕੋਲ ਬੇਟਾ ਇੱਕ ਮੈਗਨੇਟ ਹੁੰਦਾ, ਤਾਂ ਉਹਦੇ ਅਰਾਊਂਡ ਤੁਸੀਂ ਪੜ੍ਹਿਆ ਹੋਏਗਾ ਇਨ ਯੂਅਰ ਲੋਅਰ ਕਲਾਸਿਸ ਕਿ ਮੈਗਨੈਟਿਕ ਲਾਈਨਸ ਹੁੰਦੀਆਂ ਹੈ ਨਾ। ਇੱਕ ਮੈਗਨੇਟ ਦੇ ਅਰਾਊਂਡ ਆਪਾਂ ਕਈ ਵਾਰੀ ਡਰਾ ਵੀ ਕਰਦੇ ਹੁੰਦੇ ਫਿਗਰਸ ਵਿੱਚ ਮੈਗਨੈਟਿਕ ਲਾਈਨਸ। ਸਿਮਿਲਰਲੀ ਇਲੈਕਟ੍ਰਿਕ ਲਾਈਨਸ ਹੈ। ਠੀਕ ਹੈ, ਇਲੈਕਟ੍ਰਿਕ ਲਾਈਨਸ ਆਫ ਫੋਰਸ ਕੀ ਚੀਜ਼ ਆਪਾਂ ਨੂੰ ਡਿਫਾਈਨ ਕਿਵੇਂ ਕਰਾਂਗੇ, ਤਾਂ ਡਿਫਾਈਨ ਕਰਨ ਲਈ ਯੂ ਆਰ ਹੈਵਿੰਗ ਦਿਸ ਕਨਸੈਪਟ ਐਨ ਇਲੈਕਟ੍ਰਿਕ ਲਾਈਨ ਆਫ ਫੋਰਸ ਇਜ਼ ਦਾ ਪਾਥ। ਇਹ ਕੀ ਚੀਜ਼ ਹੈ, ਇਲੈਕਟ੍ਰਿਕ ਲਾਈਨ ਆਫ ਫੋਰਸ ਕੀ ਹੈ, ਇਹ ਪਾਥ ਹੈ। ਇੱਕ ਆਪਾਂ ਰਸਤਾ ਬਣਾਵਾਂਗੇ, ਉਹਨੂੰ ਆਪਾਂ ਇਲੈਕਟ੍ਰਿਕ ਲਾਈਨ ਆਫ ਫੋਰਸ ਬੋਲਾਂਗੇ, ਉਸ ਲਾਈਨ ਨੂੰ ਜਿਹੜਾ ਉਹ ਰਸਤਾ ਹੋਏਗਾ। ਕਿਸ ਚੀਜ਼ ਦਾ ਰਸਤਾ ਹੈ, which a unit positive charge would move if it is free to do so। ਤਾਂ ਆਪਾਂ ਕੀ ਕਰਾਂਗੇ, ਇੱਕ ਯੂਨਿਟ ਪੋਜ਼ਿਟਿਵ ਚਾਰਜ ਨੂੰ ਰੱਖ ਦਿਆਂਗੇ। ਠੀਕ ਹੈ, ਮੰਨ ਲਓ ਇਹ ਆਪਣੇ ਕੋਲ ਇੱਕ ਪੋਜ਼ਿਟਿਵ ਚਾਰਜ ਹੈ, ਇਹਨੂੰ ਆਪਾਂ ਰੱਖਤਾ ਕਿਸੇ ਇਲੈਕਟ੍ਰਿਕ ਫੀਲਡ ਦੇ ਅੰਦਰ, ਤੇ ਇਹ ਮੂਵ ਕਰੂਗਾ। ਜਿਹੜੇ ਪਾਥ ਤੋਂ ਇਹ ਮੂਵ ਕਰੂਗਾ, ਜਿਹੜੇ ਰਸਤੇ ਤੇ ਮੂਵ ਕਰੂਗਾ, ਉਹਨੂੰ ਉਸ ਪਾਥ ਨੂੰ ਆਪਾਂ ਕੀ ਬੋਲਾਂਗੇ, ਇਲੈਕਟ੍ਰਿਕ ਲਾਈਨ ਆਫ ਫੋਰਸ। ਠੀਕ ਹੈ, ਇਲੈਕਟ੍ਰਿਕ ਲਾਈਨ ਆਫ ਫੋਰਸ ਇਜ਼ ਦਾ ਪਾਥ ਅਲੋਂਗ ਵਿਚ a unit positive charge would move if it is free to do so। ਵੀ ਜੇਕਰ ਉਹ ਫ੍ਰੀ ਹੋਵੇ ਮੂਵ ਕਰਨ ਲਈ, ਤਾਂ ਉਹ ਜਿੱਧਰ ਨੂੰ ਵੀ ਮੂਵ ਕਰੂਗਾ, ਉਸ ਪਾਥ ਨੂੰ ਆਪਾਂ ਕੀ ਬੋਲ ਦਾਂਗੇ, ਇਲੈਕਟ੍ਰਿਕ ਲਾਈਨ ਆਫ ਫੋਰਸ। ਠੀਕ ਹੈ, ਤਾਂ ਨੈਕਸਟ ਆਪਣੇ ਕੋਲ ਹੈ ਇਲੈਕਟ੍ਰਿਕ ਲਾਈਨ ਆਫ ਫੋਰਸ ਪੁਆਇੰਟਸ ਇਨ ਦਾ ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ। ਦਾ ਇਲੈਕਟ੍ਰਿਕ ਲਾਈਨ ਆਫ ਫੋਰਸ ਮੇ ਬੀ ਸਟ੍ਰੇਟ ਔਰ ਕਰਵ। ਇਲੈਕਟ੍ਰਿਕ ਲਾਈਨ ਆਫ ਫੋਰਸ ਸਟ੍ਰੇਟ ਵੀ ਹੋ ਸਕਦੀ ਹੈ, ਕਰਵ ਵੀ ਹੋ ਸਕਦੀ ਹੈ। ਮੰਨ ਲਓ ਜੇ ਸਟ੍ਰੇਟ ਲਾਈਨ 'ਚ ਟਰੈਵਲ ਕਰਦਾ ਹੈ ਤਾਂ ਇਲੈਕਟ੍ਰਿਕ ਲਾਈਨ ਆਫ ਫੋਰਸ ਆਪਾਂ ਕਿਹਾ ਸੀ ਇਹਦਾ ਪਾਥ ਹੈ। ਤਾਂ ਜੇ ਇਹਦਾ ਪਾਥ ਸਟ੍ਰੇਟ ਹੈ, ਬਿਲਕੁਲ ਸਿੱਧਾ ਹੈ, ਠੀਕ ਹੈ, ਐਦਾਂ ਮੰਨ ਲਓ ਮੂਵ ਕਰਦਾ ਪਿਆ, ਤਾਂ ਫਿਰ ਆਹ ਵਾਲਾ ਜਿਹੜਾ ਸਟ੍ਰੇਟ ਪਾਥ ਹੈ ਉਹ ਆਪਣੇ ਕੋਲ ਕੀ ਹੋ ਜਾਏਗਾ, ਇਲੈਕਟ੍ਰਿਕ ਲਾਈਨ ਆਫ ਫੋਰਸ ਹੋ ਜਾਏਗਾ। ਔਰ ਜੇਕਰ ਇਹ ਮੰਨ ਲਓ ਐਂ ਕਰਕੇ ਕਰਵ ਪਾਥ 'ਚ ਮੂਵ ਕਰ ਰਿਹਾ, ਐਂ ਕਰਕੇ ਮੂਵ ਕਰ ਰਿਹਾ ਕਰਵ, ਤਾਂ ਫਿਰ ਇਹਦਾ ਪਾਥ ਕਰਵ ਹੋ ਜਾਏਗਾ, ਫਿਰ ਇਲੈਕਟ੍ਰਿਕ ਲਾਈਨ ਆਫ ਫੋਰਸ ਨੂੰ ਆਪਾਂ ਕਰਵ ਬੋਲਾਂਗੇ। ਜੇ ਤਾਂ ਇਲੈਕਟ੍ਰਿਕ ਲਾਈਨ ਆਫ ਫੋਰਸ ਸਟ੍ਰੇਟ ਹੈ ਤਾਂ ਇਹਦੀ ਡਾਇਰੈਕਸ਼ਨ ਵੀ ਆਪਾਂ ਨੂੰ ਪਤਾ ਬਿਲਕੁਲ ਇੱਧਰ ਨੂੰ ਹੀ ਆਊਗੀ। ਜੇ ਉਹ ਕਰਵ ਹੈ, ਫਿਰ ਇਹਦੀ ਡਾਇਰੈਕਸ਼ਨ ਮੰਨ ਲਓ ਇਸ ਪੁਆਇੰਟ ਦੇ ਉੱਪਰ, ਸਪੋਜ਼ ਕਰੋ ਇਸ ਪੁਆਇੰਟ ਦੇ ਉੱਪਰ ਆਪਾਂ ਡਾਇਰੈਕਸ਼ਨ ਦੇਖਣਾ ਚਾਹੁੰਦੇ ਹਾਂ, ਤਾਂ ਡਾਇਰੈਕਸ਼ਨ ਕਿਵੇਂ ਆਪਾਂ ਲਵਾਂਗੇ, ਜਿਵੇਂ ਆਹ ਫਿਗਰ ਵਿੱਚ ਤੁਹਾਡੇ ਕੋਲ ਸ਼ੋਅ ਕੀਤਾ ਹੋਇਆ ਹੈ, ਇੱਥੇ ਸ਼ੋਅ ਕੀਤਾ ਹੋਇਆ ਨਾ, ਆਹ ਪੀ ਪੁਆਇੰਟ ਸੀਗਾ ਆਪਣਾ ਪੁਆਇੰਟ ਆਫ ਆਬਜ਼ਰਵੇਸ਼ਨ। ਆਪਾਂ ਇੱਥੇ ਕੀ ਕਰਤਾ, ਆਪਾਂ ਇੱਥੇ ਇੱਕ ਟੇਂਜੈਂਟ ਡਰਾ ਕਰ ਲਿਆ। ਟੇਂਜੈਂਟ ਦਾ ਮਤਲਬ ਸਮਝਦੇ ਹੋ, ਕਰਵ ਦੇ ਨਾਲ ਤੁਸੀਂ ਬਿਲਕੁਲ ਉਹਨੂੰ ਟੱਚ ਕਰਦਾ ਹੋਇਆ ਇੱਕ ਆਪਾਂ ਸਟ੍ਰੇਟ ਲਾਈਨ ਡਰਾ ਕਰਦੇ ਹਾਂ। ਦਿਸ ਇਜ਼ ਯੋਰ ਟੇਂਜੈਂਟ। ਆਹ ਜਿਹੜੀ ਲਾਈਨ ਆਪਾਂ ਡਰਾ ਕੀਤੀ ਹੈ, ਇਹ ਟੇਂਜੈਂਟ ਲਾਈਨ ਹੈ। ਤਾਂ ਟੇਂਜੈਂਟ ਜਿਹੜਾ ਹੈ, ਉਹਦੀ ਜਿਹੜੀ ਡਾਇਰੈਕਸ਼ਨ ਹੈ, ਉਹ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਨੂੰ ਸ਼ੋਅ ਕਰੂਗੀ ਇਸ ਪੁਆਇੰਟ ਦੇ ਉੱਪਰ, ਪੀ ਪੁਆਇੰਟ ਦੇ ਉੱਪਰ। ਇਜ਼ ਇਟ ਓਕੇ? ਆਹੀ ਚੀਜ਼ ਇੱਥੇ ਲਿਖੀ ਹੈ, ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਡਾਇਰੈਕਸ਼ਨ ਆਫ ਇਲੈਕਟ੍ਰਿਕ ਫੀਲਡ ਐਟ ਐਨੀ ਪੁਆਇੰਟ ਇਜ਼ ਗਿਵਨ ਬਾਈ ਦਾ ਟੇਂਜੈਂਟ ਟੂ ਦਾ ਇਲੈਕਟ੍ਰਿਕ ਲਾਈਨ ਆਫ ਫੋਰਸ। ਠੀਕ ਹੈ, ਵੀ ਆਪਾਂ ਜੇਕਰ ਕਰਵ ਪਾਥ ਹੈਗਾ ਤਾਂ ਆਪਾਂ ਉੱਥੇ ਇੱਕ ਟੇਂਜੈਂਟ ਡਰਾ ਕਰ ਲਾਂਗੇ। ਜਿਹੜਾ ਟੇਂਜੈਂਟ ਦੀ ਡਾਇਰੈਕਸ਼ਨ ਹੈ ਉਹ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਹੋਊਗੀ ਐਟ ਦੈਟ ਪੁਆਇੰਟ। ਤਾਂ ਇਹ ਆਪਣੇ ਕੋਲ ਇਲੈਕਟ੍ਰਿਕ ਲਾਈਨ ਆਫ ਫੋਰਸ ਦਾ ਕਨਸੈਪਟ ਹੈ। ਬੁੱਕ ਵਿੱਚ ਹੈ, ਤੁਸੀਂ ਇਹਨੂੰ ਰੀਡ ਕਰਨਾ ਹੈ। ਜੇ ਨਹੀਂ ਹੈਗਾ ਤਾਂ ਨੋਟਸ ਜਿਹੜੇ ਦਿੱਤੇ ਹੋਏ ਇੱਥੋਂ ਰੀਡ ਕਰ ਲੈਣਾ ਔਰ ਇਹਨੂੰ ਲਰਨ ਕਰ ਲੈਣਾ। ਅੱਗੇ ਆਪਣੇ ਕੋਲ ਆ ਰਿਹਾ ਕਨਸੈਪਟ ਪ੍ਰੋਪਰਟੀਜ਼ ਹੈ ਇਲੈਕਟ੍ਰਿਕ ਲਾਈਨਸ ਆਫ ਫੋਰਸ। ਜਿਵੇਂ ਆਪਾਂ ਹੁਣੇ ਦੇਖਿਆ ਇਲੈਕਟ੍ਰਿਕ ਲਾਈਨਸ ਆਫ ਫੋਰਸ ਕੀ ਹੁੰਦੀਆਂ, ਉਹਨਾਂ ਦੀ ਪ੍ਰੋਪਰਟੀਜ਼ ਹੈ ਕਿ ਉਹਨਾਂ ਦੀ ਪ੍ਰੋਪਰਟੀਜ਼ ਕੀ ਹੋਣਗੀਆਂ। ਠੀਕ ਹੈ, ਇਲੈਕਟ੍ਰਿਕ ਲਾਈਨਸ ਆਫ ਫੋਰਸ ਦੀਆਂ ਪ੍ਰੋਪਰਟੀਜ਼, ਤਾਂ ਇੱਥੇ ਕੁਝ ਪ੍ਰੋਪਰਟੀਜ਼ ਗਿਵਨ ਨੇ ਆਪਣੇ ਕੋਲ 6-7। ਇਹਨਾਂ ਨੂੰ ਆਪਾਂ ਜੇ ਧਿਆਨ ਨਾਲ ਦੇਖਾਂਗੇ, ਜਿਹੜੀ ਪਹਿਲੀ ਪ੍ਰੋਪਰਟੀ ਹੈ ਦਾ ਲਾਈਨ ਆਫ ਫੋਰਸ ਸਟਾਰਟ ਫਰੋਮ ਪੋਜ਼ਿਟਿਵ ਚਾਰਜ ਐਂਡ ਐਂਡਸ ਐਟ ਦਾ ਨੈਗੇਟਿਵ ਚਾਰਜ। ਜਿਹੜੀ ਇਲੈਕਟ੍ਰਿਕ ਲਾਈਨ ਆਫ ਫੋਰਸ ਹੈ ਉਹ
ਪੋਜ਼ਿਟਿਵ ਚਾਰਜ ਤੋਂ ਸਟਾਰਟ ਹੁੰਦੀਆਂ ਉਹ ਨੈਗੇਟਿਵ ਚਾਰਜ ਤੇ ਜਾ ਕੇ ਐਂਡ ਹੁੰਦੀਆਂ। ਮੰਨ ਲਓ ਇਫ ਯੂ ਹੈਵ ਟੂ ਚਾਰजेस, ਜੇ ਆਪਾਂ ਇੱਥੇ ਦੇਖੀਏ ਕਿ ਸਪੋਜ਼ ਯੂ ਆਰ ਹੈਵਿੰਗ ਵਨ ਪੋਜ਼ਿਟਿਵ ਚਾਰਜ ਐਂਡ ਵਨ ਯੂ ਆਰ ਹੈਵਿੰਗ ਨੈਗੇਟਿਵ ਚਾਰਜ, ਤਾਂ ਇਲੈਕਟ੍ਰਿਕ ਲਾਈਨ ਆਫ ਫੋਰਸ ਆਪਾਂ ਡਰਾ ਕੀਤੀ ਮੰਨ ਲਓ ਇੱਦਾਂ, ਤਾਂ ਇਹਦੀ ਡਾਇਰੈਕਸ਼ਨ ਕਿਵੇਂ ਆਊਗੀ ਕਿ ਇਟ ਇਜ਼ ਕਮਿੰਗ ਫਰੋਮ ਪੋਜ਼ਿਟਿਵ ਐਂਡ ਗੋਇੰਗ ਟੁਵਾਰਡਸ ਨੈਗੇਟਿਵ, ਇੱਦਾਂ ਆਪਾਂ ਇਹਦੀ ਡਾਇਰੈਕਸ਼ਨ ਸ਼ੋ ਕਰਾਂਗੇ। ਠੀਕ ਹੈ, ਕਿਉਂਕਿ ਇਲੈਕਟ੍ਰਿਕ ਲਾਈਨ ਆਫ ਫੋਰਸ ਨੇ ਕਿੱਥੋਂ ਸਟਾਰਟ ਹੋਣਾ ਹੈ, ਪੋਜ਼ਿਟਿਵ ਤੋਂ ਸਟਾਰਟ ਹੋ ਰਿਹਾ ਹੈ, ਪੋਜ਼ਿਟਿਵ ਤੋਂ ਬਾਹਰ ਨੂੰ ਜਾ ਰਿਹਾ ਹੈ ਔਰ ਨੈਗੇਟਿਵ ਤੇ ਜਾ ਕੇ ਇਹਨੇ ਐਂਡ ਹੋ ਜਾਣਾ, ਇਸ ਲਈ ਇੱਧਰ ਨੂੰ ਆ ਕੇ ਨੈਗੇਟਿਵ ਵਾਲੇ ਪਾਸੇ ਇੱਥੇ ਆ ਕੇ ਐਂਡ ਹੋ ਜਾਏਗਾ। ਪਹਿਲੀ ਗੱਲ ਕਲੀਅਰ ਹੋ ਗਈ ਵੀ ਇਲੈਕਟ੍ਰਿਕ ਲਾਈਨਸ ਆਫ ਫੋਰਸ ਹਮੇਸ਼ਾ ਪੋਜ਼ਿਟਿਵ ਤੋਂ ਬਾਹਰ ਨੂੰ ਜਾਣਗੀਆਂ ਔਰ ਨੈਗੇਟਿਵ ਦੇ ਅੰਦਰ ਨੂੰ ਆਣਗੀਆਂ, ਕਿਉਂਕਿ ਉੱਥੇ ਜਾ ਕੇ ਉਹਨਾਂ ਨੇ ਐਂਡ ਹੋਣਾ ਹੈ। ਦੂਸਰਾ, ਦ ਲਾਈਨ ਆਫ ਫੋਰਸ ਓਰੀਜੀਨੇਟ ਫਰੋਮ ਦ ਪੋਜ਼ਿਟਿਵ ਚਾਰਜ। ਓਰੀਜੀਨੇਟ ਦਾ ਮਤਲਬ ਪ੍ਰੋਡਿਊਸ ਹੋਣਾ, ਠੀਕ ਹੈ, ਪੈਦਾ ਹੋਣਾ, ਤਾਂ ਨੈਚੁਰਲੀ ਇਹ ਪੋਜ਼ਿਟਿਵ ਵਾਲੇ ਪਾਸਿਓਂ ਆ ਰਹੀਆਂ। ਔਰ ਟਰਮੀਨੇਟ ਦਾ ਮਤਲਬ ਹੁੰਦਾ ਐਂਡ ਹੋਣਾ, ਖਤਮ ਹੋਣਾ, ਉਹ ਨੈਗੇਟਿਵ ਚਾਰਜ ਦੇ ਉੱਤੇ ਜਾ ਕੇ ਖਤਮ ਹੋ ਰਹੀਆਂ। ਤੀਸਰਾ, ਲਾਈਨਸ ਆਫ ਫੋਰਸ ਡੂ ਨਾਟ ਪਾਸ ਥਰੂ ਏ ਕੰਡਕਟਰ। ਇਹ ਧਿਆਨ ਰੱਖਣਾ ਹੈ, ਜਿਹੜੀ ਇਲੈਕਟ੍ਰਿਕ ਲਾਈਨਸ ਆਫ ਫੋਰਸ ਹੈ ਉਹ ਕੰਡਕਟਰ ਦੇ ਵਿੱਚੋਂ ਪਾਸ ਨਹੀਂ ਕਰਦੀਆਂ। ਕੰਡਕਟਰ ਦਾ ਮਤਲਬ ਤਾਂ ਸਮਝਦੇ ਆ ਨਾ ਆਪਾਂ, ਹੈ ਨਾ, ਜਿਹੜੇ ਕੰਡਕਟਰਸ ਹੈ ਜਿਵੇਂ ਆਇਰਨ ਹੈ, ਗੋਲਡ ਹੈ, ਕਾਪਰ ਹੈ, ਕੋਈ ਵੀ ਹੈ, ਉਹਨਾਂ ਦੇ ਵਿੱਚੋਂ ਇਲੈਕਟ੍ਰਿਕ ਲਾਈਨ ਆਫ ਫੋਰਸ ਪਾਸ ਨਹੀਂ ਕਰਦੀਆਂ। ਇਟ ਇੰਡੀਕੇਟਸ ਦੈਟ ਇਲੈਕਟ੍ਰਿਕ ਫੀਲਡ ਇਨਸਾਈਡ ਏ ਕੰਡਕਟਰ ਇਜ਼ ਆਲਵੇਜ਼ ਜ਼ੀਰੋ। ਜੇਕਰ ਇਲੈਕਟ੍ਰਿਕ ਲਾਈਨ ਆਫ ਫੋਰਸ ਹੀ ਹੈ ਨਹੀਂ ਗੀ ਤਾਂ ਇਹਦਾ ਮਤਲਬ ਉੱਥੇ ਇਲੈਕਟ੍ਰਿਕ ਫੀਲਡ ਵੀ ਹੈ ਨਹੀਂ ਗੀ, ਤਾਂ ਇਹਦਾ ਮਤਲਬ ਕਿਸੇ ਵੀ ਕੰਡਕਟਰ ਦੇ ਅੰਦਰ ਇਲੈਕਟ੍ਰਿਕ ਫੀਲਡ ਕਿੰਨੀ ਹੋਊਗੀ, ਜ਼ੀਰੋ। ਇਹ ਯਾਦ ਰੱਖਣਾ ਇਹ ਚੀਜ਼, ਠੀਕ ਹੈ। ਆ ਵੀ ਇੱਥੇ ਵੀ ਇਹਨੇ ਅਲੱਗ ਤੋਂ ਵੀ ਆ ਚੀਜ਼ ਦਿੱਤੀ ਹੈ, ਦੇਖੋ ਆਹੀ ਗੱਲ ਲਿਖੀ ਹੋਈ ਹੈ, ਇਲੈਕਟ੍ਰਿਕ ਫੀਲਡ ਇਨਸਾਈਡ ਏ ਕੰਡਕਟਰ ਇਜ਼ ਆਲਵੇਜ਼ ਜ਼ੀਰੋ। ਓਕੇ, ਕਲੀਅਰ ਹੋ ਗਿਆ ਇਹ ਪੁਆਇੰਟ ਹੈ, ਠੀਕ ਹੈ। ਇਹਨੂੰ ਯਾਦ ਰੱਖਣਾ ਵੀ ਕਿਸੇ ਵੀ ਕਦੇ ਵੀ ਆਪਾਂ ਨੂੰ ਜ਼ਰੂਰਤ ਪੈ ਜੇ ਕੋਈ ਕੰਡਕਟਰ ਹੋਵੇ ਤਾਂ ਇਹਦਾ ਮਤਲਬ ਉਹਦੇ ਵਿੱਚ ਆਪਾਂ ਜੇ ਸ਼ੋ ਕਰਨਾ ਤਾਂ ਇਲੈਕਟ੍ਰਿਕ ਫੀਲਡ ਕਿੰਨੀ ਹੈ, ਤਾਂ ਵੀ ਵਿਲ ਰਾਈਟ ਇਟਸ ਇਲੈਕਟ੍ਰਿਕ ਫੀਲਡ ਇਜ਼ ਇਨਸਾਈਡ ਦਾ ਕੰਡਕਟਰ ਇਜ਼ ਜ਼ੀਰੋ, ਠੀਕ ਹੈ। ਨੈਕਸਟ ਪੁਆਇੰਟ ਹੈ, ਦ ਲਾਈਨਸ ਆਫ ਫੋਰਸ ਨੈਵਰ ਇੰਟਰਸੈਕਟ ਈਚ ਅਦਰ। ਜਿਹੜੀਆਂ ਇਲੈਕਟ੍ਰਿਕ ਲਾਈਨਸ ਆਫ ਫੋਰਸ ਹੈ, ਇੱਕ ਆਹ ਵਾਲੀ ਹੈ, ਇੱਕ ਇੱਥੇ ਹੋਰ ਹੈ, ਮੰਨ ਲਓ ਇੱਕ ਇੱਧਰ ਨੂੰ ਜਾ ਰਹੀ ਹੈ, ਇੱਕ ਇੱਧਰ ਨੂੰ ਜਾ ਰਹੀ ਹੈ, ਤਾਂ ਐਦਾਂ ਨਹੀਂ ਹੋ ਸਕਦਾ ਇੱਕ ਐਂ ਜਾ ਕੇ ਇਹਨਾਂ ਦੇ ਉੱਤੋਂ ਦੀ ਟੱਪ ਜੇ, ਆਹ ਚੀਜ਼ ਨਹੀਂ ਹੋ ਸਕਦੀ, ਦਿਸ ਇਜ਼ ਨੋਟ ਪੋਸੀਬਲ, ਠੀਕ ਹੈ। ਕਿਉਂਕਿ ਇਹ ਇੰਟਰਸੈਕਟ ਇੱਥੇ ਇਹਦਾ ਮਤਲਬ ਐਸ ਪੁਆਇੰਟ ਦੇ ਉੱਤੇ ਕੀ ਹੋ ਰਹੀਆਂ, ਇੰਟਰਸੈਕਟ ਹੋ ਰਹੀਆਂ, ਇੱਕ ਦੂਜੇ ਦੇ ਉੱਤੋਂ ਦੀ ਕ੍ਰੋਸ ਹੋ ਰਹੀਆਂ, ਇਹ ਐਦਾਂ ਨਹੀਂ ਹੋ ਸਕਦਾ ਕਦੇ ਵੀ। ਹਾਂ, ਇੱਕ ਦੂਜੇ ਦੇ ਕੋਲੋਂ ਐ ਟੱਪ ਕੇ ਜਾ ਸਕਦੀਆਂ, ਕੋਈ ਇਸ਼ੂ ਨਹੀਂ, ਠੀਕ ਹੈ, ਬਟ ਦੇ ਕੈਨ ਨੋਟ ਇੰਟਰਸੈਕਟ, ਟੂ ਇਲੈਕਟ੍ਰਿਕ ਲਾਈਨਸ ਆਫ ਫੋਰਸ ਕੈਨ ਨੋਟ ਇੰਟਰਸੈਕਟ ਈਚ ਅਦਰ ਐਟ ਏ ਪੁਆਇੰਟ, ਠੀਕ ਹੈ, ਕਲੀਅਰ ਹੋ ਗਿਆ। ਦੈਨ ਦ relative closeness of the lines of force in different region of space gives the idea about the relative strength of the electric field। ਮਤਲਬ ਇਲੈਕਟ੍ਰਿਕ ਲਾਈਨਸ ਆਫ ਫੋਰਸ ਦੇ ਵਿੱਚ ਕਿੰਨੀ ਕਲੋਜ਼ਨੈਸ ਹੈ, ਕਿੰਨੀਆਂ ਨੇੜੇ ਹੈ ਜਾਂ ਕਿੰਨੀਆਂ ਦੂਰ ਹੈ, ਉੱਥੋਂ ਸਾਨੂੰ ਇਹ ਪਤਾ ਚੱਲੂਗਾ ਵੀ ਉੱਥੇ ਸਟਰੈਂਥ ਆਫ ਇਲੈਕਟ੍ਰਿਕ ਫੀਲਡ ਕਿੰਨੀ ਹੈ, ਠੀਕ ਹੈ। ਦੇਖੋ ਜਿਵੇਂ ਇੱਥੇ ਲਿਖਿਆ ਹੋਇਆ ਹੈ ਵੇਅਰ ਲਾਈਨਸ ਆਫ ਫੋਰਸ ਆਰ ਕਲੋਜ਼ਰ, ਜਿੱਥੇ ਲਾਈਨਸ ਆਫ ਫੋਰਸ ਨੇੜੇ ਹੈ ਤਾਂ ਇਲੈਕਟ੍ਰਿਕ ਫੀਲਡ ਇਜ਼ ਸਟਰੋਂਗ, ਤਾਂ ਉੱਥੇ ਇਲੈਕਟ੍ਰਿਕ ਫੀਲਡ ਕੀ ਹੋਊਗੀ, ਸਟਰੋਂਗ ਹੋਊਗੀ। ਵੇਅਰ ਦਾ ਫੋਰਸ ਇਜ਼ ਫਾਰਦਰ ਅਪਾਰਟ ਦਾ ਫੀਲਡ ਇਜ਼ ਵੀਕ। ਜਿਹੜੀ ਜਦੋਂ ਲਾਈਨਸ ਆਫ ਫੋਰਸ ਆਪਣੇ ਕੋਲ ਫਾਰਦਰ ਹੋਣਗੀਆਂ, ਫਾਰਦਰ ਮਤਲਬ ਦੂਰ ਹੋਣਗੀਆਂ ਇੱਕ ਦੂਜੇ ਤੋਂ। ਮੰਨ ਲਓ ਕਿਸੇ ਇੱਕ ਫਿਗਰ ਬਣੀ ਹੋਈ ਹੈ, ਉਹਦੇ ਡਿਫਰੈਂਟ ਆਪਣੇ ਕੋਲ ਇਲੈਕਟ੍ਰਿਕ ਲਾਈਨਸ ਆਫ ਫੋਰਸ ਸ਼ੋ ਕੀਤੀਆਂ ਹੋਈਆਂ, ਤੁਸੀਂ ਉਸ ਫਿਗਰ ਦੇ ਹਿਸਾਬ ਨਾਲ ਆਪਾਂ ਦੱਸ ਸਕਦੇ ਹਾਂ ਵੀ ਕਿਹੜੀ ਜਗ੍ਹਾ ਦੇ ਉੱਤੇ ਇਲੈਕਟ੍ਰਿਕ ਫੀਲਡ ਜ਼ਿਆਦਾ ਸਟਰੋਂਗ ਹੈ ਔਰ ਕਿਹੜੀ ਜਗ੍ਹਾ ਦੇ ਉੱਤੇ ਇਲੈਕਟ੍ਰਿਕ ਫੀਲਡ ਵੀਕ ਹੈ। ਆਪਾਂ ਕੀ ਦੇਖਾਂਗੇ, ਆਪਾਂ ਦੇਖਾਂਗੇ ਜਿੱਥੇ ਇਲੈਕਟ੍ਰਿਕ ਲਾਈਨਸ ਆਫ ਫੋਰਸ ਜ਼ਿਆਦਾ ਨੇੜੇ ਇੱਕ ਦੂਜੇ ਦੇ ਕਲੋਜ਼ਰ ਹੈ ਤਾਂ ਉੱਥੇ ਸਟਰੋਂਗ ਹੋਏਗੀ ਇਲੈਕਟ੍ਰਿਕ ਫੀਲਡ, ਔਰ ਜਿੱਥੇ ਉਹ ਦੂਰ ਹੈ ਉੱਥੇ ਆਪਣੇ ਕੋਲ ਇਲੈਕਟ੍ਰਿਕ ਫੀਲਡ ਫਿਰ ਵੀਕ ਹੋਏਗੀ। ਓਕੇ, then next point is sixth, the lines of force contract longitudinally, that is lengthwise ਇਹ contract ਕਰਦੀਆਂ, and the force exerted a lateral pressure on each other, ਠੀਕ ਹੈ। ਇਹ ਹੋ ਗਏ ਆਪਣੇ ਕੋਲ ਡਿਫਰੈਂਟ ਦੇ ਪ੍ਰੋਪਰਟੀਜ਼, ਇਹ ਤੁਸੀਂ ਸਾਰੀਆਂ ਰੀਡ ਕਰ ਲੈਣੀਆਂ ਧਿਆਨ ਨਾਲ, ਇਹਨਾਂ ਨੂੰ ਲਰਨ ਕਰ ਲੈਣਾ ਔਰ ਇਹਨਾਂ ਨੂੰ ਲਿਖ ਲੈਣਾ। ਨੈਕਸਟ ਇਜ਼ ਇਲੈਕਟ੍ਰਿਕ ਲਾਈਨਸ ਫੀਲਡ ਲਾਈਨਸ ਇਨ ਕੇਸ ਆਫ ਆਈਸੋਲੇਟਿਡ ਪੁਆਇੰਟ ਚਾਰजेस। ਮਤਲਬ ਆਈਸੋਲੇਟਿਡ ਦਾ ਮਤਲਬ ਸਮਝਦੇ ਆ ਨਾ ਆਪਾਂ ਵੀ ਦੂਰ ਹੈ, ਕੱਲਾ ਚਾਰਜ ਹੈ, ਮੰਨ ਲਓ ਪੋਜ਼ਿਟਿਵ ਚਾਰਜ ਕੱਲਾ ਪਿਆ, ਆਈਸੋਲੇਟਿਡ ਹੈ, ਨੈਗੇਟਿਵ ਚਾਰਜ ਹੈਗਾ ਤਾਂ ਕੱਲਾ ਪਿਆ, ਤੇ ਜੇ ਆਪਾਂ ਉਹਨੂੰ ਸ਼ੋ ਕਰਾਂਗੇ ਮੰਨ ਲਓ ਪੋਜ਼ਿਟਿਵ ਚਾਰਜ ਹੈ ਕੱਲਾ, ਤਾਂ ਇਹਦੇ ਤੋਂ ਜਿਹੜੀ ਇਲੈਕਟ੍ਰਿਕ ਫੀਲਡ ਆਫ ਲਾਈਨਸ ਹੈ ਉਹ ਇੱਦਾਂ ਬਾਹਰ ਵੱਲ ਨੂੰ ਜਾਣਗੀਆਂ। ਆਪਾਂ ਪਿੱਛੇ ਇਹ ਹਮੇਸ਼ਾ ਧਿਆਨ ਰੱਖਣਾ ਹੈ, ਪੋਜ਼ਿਟਿਵ ਤੋਂ ਇਲੈਕਟ੍ਰਿਕ ਲਾਈਨਸ ਜਿਹੜੀਆਂ ਇਲੈਕਟ੍ਰਿਕ ਫੀਲਡ ਲਾਈਨਸ ਹੈ ਜਿਹੜੀਆਂ ਉਹ ਸਟਾਰਟ ਹੁੰਦੀਆਂ,
ਤਾਂ ਦੇ ਵਿਲ ਗੋ ਲਾਈਕ ਦਿਸ ਆਊਟਵਰਡ ਡਾਇਰੈਕਸ਼ਨ 'ਚ ਆਪਣੇ ਕੋਲ ਆਪਾਂ ਐਰੋ ਬਾਹਰ ਵੱਲ ਨੂੰ ਲਾਵਾਂਗੇ ਪੋਜ਼ਿਟਿਵ ਤੋਂ। ਠੀਕ ਹੈ, ਪੋਜ਼ਿਟਿਵ ਚਾਰਜ ਤੁਸੀਂ ਇੱਥੇ ਬਣਾ ਲਿਆ। ਠੀਕ ਹੈ, ਇਹਦੇ ਤੋਂ ਇਲੈਕਟ੍ਰਿਕ ਫੀਲਡ ਬਣਾਉਣੀ ਹੈ ਤਾਂ ਤੁਸੀਂ ਇੱਦਾਂ ਕਰਕੇ ਬਾਹਰ ਵੱਲ ਨੂੰ ਸ਼ੋ ਕਰੋਗੇ ਲਾਈਕ ਦਿਸ। ਠੀਕ ਹੈ, ਇੱਦਾਂ ਕਰਕੇ ਆਪਾਂ ਸ਼ੋ ਕਰਾਂਗੇ ਹਮੇਸ਼ਾ, ਆਲਵੇਜ਼। ਠੀਕ ਹੈ, ਕਲੀਅਰ ਹੋ ਗਿਆ। ਇਹ ਇਲੈਕਟ੍ਰਿਕ ਫੀਲਡ ਲਾਈਨਸ ਹੈ ਜਿਹੜੀਆਂ ਪੋਜ਼ਿਟਿਵ ਚਾਰਜ ਤੋਂ ਬਾਹਰ ਵੱਲ ਜਾਣਗੀਆਂ। ਠੀਕ ਹੈ, ਕਲੀਅਰ ਹੈ, ਇਹ ਕਨਸੈਪਟ ਸਾਰਿਆਂ ਨੂੰ ਕਲੀਅਰ ਹੋ ਗਿਆ। ਤਾਂ ਜੇ ਹੁਣ ਆਪਾਂ ਨੈਗੇਟਿਵ ਚਾਰਜ ਦੀ ਗੱਲ ਕਰੀਏ, ਜਿਹੜਾ ਰਾਈਟ ਸਾਈਡ 'ਤੇ ਇੱਥੇ ਬਣਿਆ ਹੋਇਆ ਨੈਗੇਟਿਵ ਚਾਰਜ, ਤੇ ਜੇ ਤੁਸੀਂ ਨੈਗੇਟਿਵ ਚਾਰਜ ਦੀ ਗੱਲ ਕਰੋਗੇ ਤਾਂ ਨੈਗੇਟਿਵ ਚਾਰਜ ਹਮੇਸ਼ਾ ਕਿਵੇਂ ਹੈ ਆਪਣੇ ਕੋਲ, ਜੇ ਆਪਾਂ ਇਹਨੂੰ ਸ਼ੋ ਕਰਾਂਗੇ ਨੈਗੇਟਿਵ ਚਾਰਜ ਨੂੰ, ਤਾਂ ਆਹ ਵਾਲੀ ਫਿਗਰ ਆਪਣੇ ਕੋਲ ਨੈਗੇਟਿਵ ਚਾਰਜ ਦੀ। ਇਹਦੇ 'ਚ ਕੀ ਹੋ ਰਿਹਾ, ਇਹਦੇ 'ਚ ਇਲੈਕਟ੍ਰਿਕ ਲਾਈਨਸ ਆਫ ਫੋਰਸ ਇਹਦੇ ਵੱਲ ਨੂੰ ਆ ਰਹੀਆਂ ਕਿਉਂਕਿ ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਐਂਡ ਹੋਣਾ ਹੈ। ਠੀਕ ਹੈ, ਨੈਗੇਟਿਵ ਚਾਰਜ ਦੇ ਉੱਪਰ ਜਾ ਕੇ ਉਹ ਐਂਡ ਹੁੰਦੀਆਂ। ਕਲੀਅਰ ਹੈ, ਉਹਦਾ ਆਪੋਜ਼ਿਟ ਹੈ, ਪੋਜ਼ਿਟਿਵ ਦਾ ਆਪੋਜ਼ਿਟ ਹੈ। ਜੇਕਰ ਆਪਣੇ ਕੋਲ ਹੁਣ ਦੋ ਚਾਰजेस ਹੋਣ, if you are having a system of two charges, ਜੇਕਰ ਤੁਹਾਡੇ ਕੋਲ ਇਕੱਠੇ ਦੋ ਚਾਰजेस ਹੈ, in that case ਇਲੈਕਟ੍ਰਿਕ ਫੀਲਡ ਲਾਈਨਸ ਕਿੱਦਾਂ ਹੋਣਗੀਆਂ, ਉਹਨਾਂ ਨੂੰ ਆਪਾਂ ਸ਼ੋ ਕਰ ਰਹੇ ਹਾਂ। ਦੇਖੋ, if you are having a first figure ਹੈ, ਠੀਕ ਹੈ 2.10a, if you have the book ਤੁਸੀਂ ਇੱਥੋਂ ਦੇਖ ਸਕਦੇ ਹੋ। ਠੀਕ ਹੈ, ਇਹ ਜਿਹੜੀ ਫਿਗਰ ਬਣੀ ਹੈ, ਜਿਹਨੂੰ ਆਪਾਂ ਥੋੜਾ ਜਿਹਾ ਮੈਨੂੰ ਐਨਲਾਰਜ ਕਰਕੇ ਤੁਹਾਨੂੰ ਦਿਖਾਵਾਂ, ਤਾਂ in this figure, ਠੀਕ ਹੈ, this is your figure। ਠੀਕ ਹੈ, ਇਹਦੇ 'ਚ ਕੀ ਹੈ ਕਿ here you are having two charges, one positive and one negative। ਮਤਲਬ ਕੀ ਹੈ ਕਿ ਆਪਣੇ ਕੋਲ unlike charges are there, ਇੱਕ ਪੋਜ਼ਿਟਿਵ ਹੋਏਗਾ ਇੱਕ ਨੈਗੇਟਿਵ ਹੋਏਗਾ। ਤਾਂ ਉਹਦੇ ਜਿਹੜੀ ਇਲੈਕਟ੍ਰਿਕ ਲਾਈਨਸ ਆਫ ਫੋਰਸ ਹੈ ਉਹ ਕਿੱਦਾਂ ਮੂਵ ਕਰ ਰਹੀਆਂ, ਦੇ ਆਰ ਮੂਵਿੰਗ ਫਰੋਮ ਪੋਜ਼ਿਟਿਵ ਟੁਵਾਰਡਸ ਨੈਗੇਟਿਵ। ਪੋਜ਼ਿਟਿਵ ਚਾਰਜ ਤੋਂ ਬਾਹਰ ਨਿਕਲ ਰਹੀਆਂ ਔਰ ਉਹ ਕਿੱਧਰ ਨੂੰ ਜਾ ਰਹੀਆਂ, ਨੈਗੇਟਿਵ ਚਾਰਜ ਵੱਲ ਜਾ ਰਹੀਆਂ। ਠੀਕ ਹੈ, ਐਦਾਂ ਕਰਕੇ, ਜਿਵੇਂ ਮੰਨ ਲਓ ਰਬਰ ਬੈਂਡਸ ਹੈ ਇੱਕ ਦੂਜੇ ਨੂੰ ਖਿੱਚ ਰਹੇ ਹੈ, ਐਦਾਂ ਕਰਕੇ ਕਨਸੈਪਟ ਹੈ। ਇਹਦੇ ਨਾਲ ਕੀ ਹੋਏਗਾ, ਆ ਜਿਹੜੇ ਪੋਜ਼ਿਟਿਵ ਤੇ ਨੈਗੇਟਿਵ ਚਾਰजेस ਹੈ ਉਹਨਾਂ 'ਚ ਇੱਕ ਅਟਰੈਕਸ਼ਨ ਕ੍ਰੀਏਟ ਹੋ ਰਹੀ ਹੈ ਐਂਡ ਦੇ ਵਿਸ਼ ਟੂ ਮੂਵ ਟੁਵਾਰਡਸ ਈਚ ਅਦਰ। ਉਹ ਇੱਕ ਦੂਜੇ ਦੇ ਕੋਲ ਜਾਣਾ ਚਾਹ ਰਹੇ ਹੈ, ਇਸ ਲਈ ਫੋਰਸ ਆਫ ਅਟਰੈਕਸ਼ਨ ਕ੍ਰੀਏਟ ਹੋ ਰਹੀ ਹੈ। ਠੀਕ ਹੈ, ਇੱਥੇ ਆਪਣੇ ਕੋਲ ਲਿਖਿਆ ਹੋਇਆ ਹੈ ਕਿ ਦੇ ਬਿਹੇਵ ਐਜ਼ ਰਬਰ ਬੈਂਡਸ ਬਿਟਵੀਨ ਦਾ ਟੂ ਚਾਰजेस ਐਂਡ ਟੈਂਡਸ ਟੂ ਕੰਟਰੈਕਟ ਲੈਂਥਵਾਈਜ਼। ਇਸ ਲਈ ਇਹ ਲੈਂਥਵਾਈਜ਼ ਇਕੱਠੇ ਹੋਣਾ ਚਾਹੁੰਦੇ, ਲੈਂਥਵਾਈਜ਼ ਆਉਣਾ ਚਾਹੁੰਦੇ ਇੱਕ ਦੂਜੇ ਦੇ ਨੇੜੇ। ਠੀਕ ਹੈ, ਕਲੀਅਰ ਹੋ ਗਿਆ। ਤਾਂ ਨੈਕਸਟ ਹੈ देयरफॉर द ਲਾਈਨਸ ਆਫ ਫੋਰਸ ਟੈਂਡਸ ਟੂ ਬ੍ਰਿੰਗ ਦ ਟੂ ਚਾਰजेस ਕਲੋਜ਼ਰ ਟੂ ਈਚ ਅਦਰ। ਇਸ ਲਈ ਇਹ ਦੋਨਾਂ ਨੂੰ ਨੇੜੇ ਲੈ ਕੇ ਆਉਣਾ ਚਾਹੁੰਦੇ ਆ। ਜਿਹੜੇ ਇਹ ਜਦੋਂ ਆਪਾਂ ਦੋ ਆਪੋਜ਼ਿਟ ਚਾਰजेस ਲਵਾਂਗੇ ਤਾਂ ਉਹ ਜਿਹੜੀਆਂ ਇਲੈਕਟ੍ਰਿਕ ਲਾਈਨਸ ਆਫ ਫੋਰਸ ਹੈ ਉਹ ਇਹਨਾਂ ਦੋਨਾਂ ਚਾਰजेस ਨੂੰ ਨੇੜੇ ਲੈ ਕੇ ਆਉਣਾ ਚਾਹੁੰਦੀਆਂ, ਇਸ ਲਈ ਅਟਰੈਕਸ਼ਨ ਹੁੰਦੀ ਹੈ। ਔਰ ਵੈਨ ਯੂ ਆਰ ਹੈਵਿੰਗ ਦਾ ਨੈਕਸਟ ਸਿਨੈਰੀਓ ਕਿ ਵੈਨ ਯੂ ਆਰ ਹੈਵਿੰਗ ਟੂ ਲਾਈਕ ਚਾਰजेस, मतलब बोथ पॉजिटिव और बोथ नेगेटिव, दोनों नेगेटिव भी हो सकते हैं। ਆਹ ਵਾਲੀ ਫਿਗਰ ਦੀ ਆਪਾਂ ਗੱਲ ਕਰ ਰਹੇ ਰਾਈਟ ਸਾਈਡ ਵਾਲੀ ਦੀ 2.10b ਦੀ। ਇਹਦੇ 'ਚ ਜੇ ਆਪਾਂ ਗੱਲ ਕਰੀਏ ਤਾਂ ਇਹਦੇ 'ਚ ਦੇਖੋ ਤੁਹਾਡੇ ਕੋਲ ਆਹ ਵਾਲਾ ਕਨਸੈਪਟ ਹੈ ਵੀ ਇਲੈਕਟ੍ਰਿਕ ਲਾਈਨਸ ਆਫ ਫੋਰਸ ਜਿਹੜੀਆਂ ਬਣਨਗੀਆਂ ਐਸ ਪੋਜ਼ਿਟਿਵ ਤੋਂ ਇੱਧਰ ਨੂੰ ਐ ਨੂੰ ਜਾ ਰਹੀ ਹੈ, ਆਹ ਵਾਲੀ ਜਿਹੜੀ ਪੋਜ਼ਿਟਿਵ ਤੋਂ ਨਿਕਲ ਰਹੀ ਹੈ ਉਹ ਐ ਨੂੰ ਜਾ ਰਹੀ ਹੈ, ਤਾਂ ਇੱਕ ਦੂਜੇ ਨੂੰ ਕੀ ਕਰਨਗੀਆਂ, ਰਿਪੈਲ ਕਰਨ ਦੀ ਕੋਸ਼ਿਸ਼ ਕਰ ਰਹੀਆਂ। ਮਤਲਬ ਇਹ ਇੱਦਾਂ ਸ਼ੋ ਹੋਏਗਾ ਵੀ ਆਹ ਇੱਧਰ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰੇਗਾ ਔਰ ਆਹ ਵਾਲਾ ਚਾਰਜ ਇੱਧਰ ਨੂੰ ਮੂਵ ਕਰਨ ਦੀ ਕੋਸ਼ਿਸ਼ ਕਰੇਗਾ। ਉਹਦੇ ਨਾਲ ਕੀ ਹੈ ਕਿ ਉਹਨਾਂ ਵਿੱਚ ਡਿਸਟੈਂਸ ਵਧੇਗਾ। ਠੀਕ ਹੈ, ਤਾਂ the field lines seems to exert sideways pressure and hence it shows that the two like charges repel each other। ਆ ਗੱਲ ਲਿਖੀ ਹੈ। ਠੀਕ ਹੈ, ਤਾਂ ਉਹਦੇ ਨਾਲ ਕੀ ਹੋਏਗਾ ਵੀ ਜਿਹੜੇ ਦੋ ਲਾਈਕ ਚਾਰजेस ਹੈ ਉਹ ਰਿਪੈਲ ਕਰਨਗੇ ਇਨ ਦਿਸ ਕੇਸ, ਜਿਵੇਂ ਆਪਣੇ ਕੋਲ ਇੱਥੇ ਆਪਾਂ ਸ਼ੋ ਕੀਤਾ ਹੈ। ਇਜ਼ ਇਟ ਓਕੇ, ਇਹ ਗੱਲ ਸਾਰਿਆਂ ਨੂੰ ਕਲੀਅਰ ਹੋ ਗਈ। ਨੈਕਸਟ ਆਪਣੇ ਕੋਲ ਹੈ ਕਿ electric lines of force importance। The electric lines of force can be used to represent the electric field due to point charge or a system of point charges। ਤਾਂ electric lines of force ਨਾਲ ਆਪਾਂ ਨੂੰ ਕੀ ਪਤਾ ਚੱਲ ਸਕਦਾ ਹੈ, ਇਲੈਕਟ੍ਰਿਕ ਫੀਲਡ ਬਾਰੇ ਜਾਣਕਾਰੀ ਮਿਲ ਸਕਦੀ ਹੈ। ਠੀਕ ਹੈ, ਇਹ ਇਹਨਾਂ ਦੀ ਇੰਪੋਰਟੈਂਸ ਹੈ। ਨੈਕਸਟ ਕਨਸੈਪਟ ਹੈ ਆਪਣੇ ਕੋਲ ਇਲੈਕਟ੍ਰਿਕ ਡਾਈਪੋਲ ਦਾ। ਵਾਟ ਇਜ਼ ਇਲੈਕਟ੍ਰਿਕ ਡਾਈਪੋਲ? ਜੇ ਆਪਾਂ ਡਾਈਪੋਲ ਦੀ ਗੱਲ ਕਰੀਏ ਇਲੈਕਟ੍ਰਿਕ ਡਾਈਪੋਲ ਦੀ, ਤਾਂ ਇਲੈਕਟ੍ਰਿਕ ਡਾਈਪੋਲ ਦਾ ਮਤਲਬ ਕੀ ਹੈ? ਦੇਖੋ, ਡਾਈਪੋਲ ਇੱਕ ਆਪਣੇ ਕੋਲ ਸ਼ਬਦ ਹੈ ਡਾਈਪੋਲ। ਡਾਈ ਦਾ ਮਤਲਬ ਕੀ ਹੁੰਦਾ? ਦੋ, ਮਤਲਬ ਟੂ ਪੋਲਸ ਹੋਣਗੇ ਇਹਦੇ, ਤਾਂ ਉਹਨੂੰ ਆਪਾਂ ਬੋਲਾਂਗੇ ਇਲੈਕਟ੍ਰਿਕ ਡਾਈਪੋਲ। ਹੈ ਕਿ ਸਿਸਟਮ ਆਫ ਟੂ ਇਕੁਅਲ ਐਂਡ ਆਪੋਜ਼ਿਟ ਚਾਰजेस ਹੈ। ਇੱਕ ਸਿਸਟਮ ਹੈ ਜਿਹਦੇ 'ਚ ਆਪਾਂ ਦੋ ਚਾਰजेस ਲਏ ਹੈ ਔਰ ਉਹ ਦੋਨੋਂ ਚਾਰजेस ਕਿੱਦਾਂ ਦੇ ਲਏ ਹੈ
ਉਹ ਉਹਨਾਂ ਵਿੱਚ ਕੀ ਹੈ, ਟੂ ਇਕੁਅਲ ਐਂਡ ਆਪੋਜ਼ਿਟ ਚਾਰजेस। ਇਕੁਅਲ ਤੇ ਆਪੋਜ਼ਿਟ ਲੈਣਾ। ਆਪੋਜ਼ਿਟ ਦਾ ਮਤਲਬ ਸਮਝਦੇ ਹੋ, ਇੱਕ ਪੋਜ਼ਿਟਿਵ ਹੋਏਗਾ ਤਾਂ ਦੂਸਰਾ ਨੈਗੇਟਿਵ ਹੋਏਗਾ, ਇੱਕ ਨੈਗੇਟਿਵ ਲਾਉਂਗੇ ਤਾਂ ਦੂਸਰਾ ਪੋਜ਼ਿਟਿਵ ਲਾਉਂਗੇ। ਐਂਡ ਆਲਸੋ ਇਟਸ देयर ਵੈਲਿਊਜ਼ ਸ਼ੁੱਡ ਬੀ ਇਕੁਅਲ, ਉਹਨਾਂ ਦੀ ਵੈਲਿਊ ਇਕੁਅਲ ਹੋਣੀ ਚਾਹੀਦੀ ਹੈ। ਠੀਕ ਹੈ, ਵੈਲਿਊ ਇਕੁਅਲ ਹੋਣ ਦਾ ਮਤਲਬ ਵੀ ਜੇਕਰ ਇੱਕ ਚਾਰਜ ਸਪੋਜ਼ ਕਰੋ 10 ਕੂਲਮ ਹੈ ਤਾਂ ਦੂਸਰਾ ਚਾਰਜ ਵੀ 10 ਕੂਲਮ ਹੀ ਹੋਏਗਾ, ਵੈਲਿਊ ਸੇਮ ਹੋਏਗੀ। ਠੀਕ ਹੈ, ਜੇ ਇੱਕ ਚਾਰਜ ਕਿਊ ਹੈ ਦੂਸਰਾ ਚਾਰਜ ਵੀ ਕਿਊ ਹੀ ਹੋਏਗਾ, ਬਟ ਆਪੋਜ਼ਿਟ ਹੋਏਗਾ। ਇੱਕ ਪਲੱਸ ਕਿਊ ਲੈ ਲਾਂਗੇ ਅਸੀਂ, ਇੱਕ ਨੂੰ ਅਸੀਂ ਮਾਈਨਸ ਕਿਊ ਲੈ ਲਾਂਗੇ, ਇੱਕ ਪੋਜ਼ਿਟਿਵ ਇੱਕ ਨੈਗੇਟਿਵ। ਤਾਂ ਇਹੋ ਜਿਹੇ ਸਿਸਟਮ ਨੂੰ ਜਦੋਂ ਅਸੀਂ ਲਵਾਂਗੇ ਤਾਂ ਵੀ ਵਿਲ ਕਾਲ ਇਟ ਐਨ ਇਲੈਕਟ੍ਰਿਕ ਡਾਈਪੋਲ। ਇਹਨੂੰ ਆਪਾਂ ਕੀ ਬੋਲਾਂਗੇ, ਇਲੈਕਟ੍ਰਿਕ ਡਾਈਪੋਲ ਬੋਲ ਦਿਆਂਗੇ। ਔਰ ਇਹਨਾਂ ਦੋਨੋਂ ਚਾਰजेस ਵਿੱਚ ਕੁਝ ਸਰਟਨ ਡਿਸਟੈਂਸ ਹੋਏਗਾ, ਕੁਝ ਡਿਸਟੈਂਸ ਹੋਏਗਾ, ਤਾਂ ਇਸ ਕਨਸੈਪਟ ਨੂੰ ਆਪਾਂ ਬੋਲਾਂਗੇ ਇਲੈਕਟ੍ਰਿਕ ਡਾਈਪੋਲ। ਜੇ ਆਪਾਂ ਇੱਥੇ ਡਰਾ ਕਰਕੇ ਦੇਖੀਏ, ਸਪੋਜ਼ ਕਰੋ ਕਿ ਇੱਥੇ ਮੈਂ ਲਵਾਂਗਾ ਕਿ ਦਿਸ ਇਜ਼ ਵਨ ਪੋਜ਼ਿਟਿਵ ਚਾਰਜ, ਇੱਥੇ ਆਪਾਂ ਲੈ ਲਾਂਗੇ ਕਿ ਲੈਟ ਅਸ ਸਪੋਜ਼ ਇੱਥੇ ਆਪਾਂ ਡਰਾ ਕਰ ਲੈਂਦੇ ਆ ਦਿਸ ਇਜ਼ ਵਨ ਪੋਜ਼ਿਟਿਵ ਚਾਰਜ। ਠੀਕ ਹੈ, ਐਂਡ ਦਿਸ ਵਨ ਇਜ਼ ਵਨ ਨੈਗੇਟਿਵ ਚਾਰਜ। ਔਰ ਕੰਡੀਸ਼ਨ ਕੀ ਹੈ ਕਿ ਦੋਨੋਂ ਚਾਰजेस ਕੀ ਹੋਣੇ ਚਾਹੀਦੇ ਹੈ, ਇਕੁਅਲ ਅਮਾਉਂਟ ਦੇ ਹੋਣੇ ਚਾਹੀਦੇ ਆ। ਜਿੰਨਾ ਇਹ ਹੈ ਵੈਲਿਊ ਓਨੀ ਵੈਲਿਊ ਹੀ ਇਹਦੀ ਹੋਣੀ ਚਾਹੀਦੀ ਹੈ। ਔਰ ਇਹ ਆਪੋਜ਼ਿਟ ਹੋਣੇ ਚਾਹੀਦੇ। ਆਪੋਜ਼ਿਟ ਆਪਾਂ ਲੈ ਹੀ ਰਹੇ, ਇੱਕ ਪੋਜ਼ਿਟਿਵ ਲੈ ਲਿਆ, ਇੱਕ ਨੈਗੇਟਿਵ ਲੈ ਲਿਆ। ਔਰ these charges are separated by certain distance, ਇਹਨਾਂ ਵਿੱਚ ਕੁਝ ਡਿਸਟੈਂਸ ਹੈ, ਕਿੰਨਾ ਵੀ ਡਿਸਟੈਂਸ ਹੋ ਸਕਦਾ ਹੈ। ਠੀਕ ਹੈ, ਡਿਸਟੈਂਸ ਆਪਾਂ ਮੀਟਰ ਚ ਲੈਂਦੇ ਆ ਤਾਂ ਇਟ ਕੈਨ ਬੀ 1 ਮੀਟਰ 2 ਮੀਟਰ 5 ਮੀਟਰ ਹਾਫ ਮੀਟਰ ਵਟਐਵਰ ਤਾਂ ਡਿਸਟੈਂਸ ਹੋਏਗਾ। ਤਾਂ ਇਸ ਕਨਸੈਪਟ ਨੂੰ ਤੁਸੀਂ ਕੀ ਬੋਲੋਗੇ, ਐਨ ਇਲੈਕਟ੍ਰਿਕ ਡਾਈਪੋਲ। ਵੀ ਵਿਲ ਕਾਲ ਇਟ ਐਨ ਇਲੈਕਟ੍ਰਿਕ ਡਾਈਪੋਲ। ਓਕੇ, ਕਲੀਅਰ ਹੋ ਗਿਆ। ਹੁਣ ਇਸ ਫਿਗਰ ਤੇ ਆ ਜਾਓ, ਜਿਹੜੀ ਫਿਗਰ ਆਪਣੇ ਕੋਲ ਬੁੱਕ ਵਿੱਚ ਗਿਵਨ ਹੈ। ਇਹਦੇ ਚ A ਪੁਆਇੰਟ ਹੈ, ਇੱਕ B ਪੁਆਇੰਟ ਹੈ। ਜਿਹੜਾ ਤੁਹਾਡੇ ਕੋਲ A ਤੇ B ਦੋਨੋਂ ਪੁਆਇੰਟਸ ਹੈ, ਜੇ ਆਪਾਂ ਇਹਨੂੰ ਦੇਖੀਏ ਕਿ ਜਿਹੜਾ A ਤੇ B ਪੁਆਇੰਟਸ ਹੈ ਉਹ ਸਾਡੇ ਕੋਲ ਚਾਰजेस ਹੈ। A ਪੁਆਇੰਟ ਦੇ ਉੱਤੇ ਅਸੀਂ ਆਹ ਵਾਲਾ ਚਾਰਜ ਰੱਖਿਆ ਹੈ, ਇਹ ਚਾਰਜ ਕਿੰਨਾ, ਮਾਈਨਸ ਕਿਊ। B ਪੁਆਇੰਟ ਸਾਡਾ ਆਹ ਵਾਲਾ ਸੀਗਾ ਚਾਰਜ। ਠੀਕ ਹੈ, ਇੱਕ ਸਾਡਾ ਆਹ ਵਾਲਾ ਸੀ ਚਾਰਜ A ਦੇ ਉੱਪਰ, ਇਹ ਸਾਡਾ ਮਾਈਨਸ ਕਿਊ ਹੈ। B ਦੇ ਉੱਪਰ ਜਿਹੜਾ ਚਾਰਜ ਹੈ ਉਹ ਪਲੱਸ ਕਿਊ ਹੈ। ਕਿਊ ਵੈਲਿਊ ਦੋਨਾਂ ਦੀ ਸੇਮ ਹੈ ਔਰ ਆਪੋਜ਼ਿਟ ਹੈ, ਆ ਮਾਈਨਸ ਹੈ ਆ ਪਲੱਸ ਹੈ। ਤਾਂ ਸਾਡੇ ਕੋਲ ਇਹ ਸਿਸਟਮ ਆਫ ਟੂ ਚਾਰजेस ਹੋ ਗਏ ਜਿਹੜੇ ਇਕੁਅਲ ਹੈ ਤੇ ਆਪੋਜ਼ਿਟ ਹੈ, ਐਂਡ ਦੇ ਆਰ ਸੈਪਰੇਟਡ ਬਾਈ ਸਰਟਨ ਡਿਸਟੈਂਸ। ਔਰ ਡਿਸਟੈਂਸ ਇਸ ਕੇਸ 'ਚ ਅਸੀਂ ਕਿੰਨਾ ਲਿਆ ਹੋਇਆ ਹੈ, 2a। ਦਿਸ ਇਜ਼ ਦਾ ਡਿਸਟੈਂਸ। ਇੱਥੋਂ ਲੈ ਕੇ ਇੱਥੋਂ ਤੱਕ ਜਿਹੜਾ ਡਿਸਟੈਂਸ ਹੈ ਉਹ ਕਿੰਨਾ ਹੈ, 2a ਹੈ। ਠੀਕ ਹੈ, ਤਾਂ ਇਸ ਕਨਸੈਪਟ ਨੂੰ ਅਸੀਂ ਕੀ ਬੋਲ ਦਿਆਂਗੇ, ਵੀ ਵਿਲ ਕਾਲ ਇਟ ਐਨ ਇਲੈਕਟ੍ਰਿਕ ਡਾਈਪੋਲ। ਇਹ ਇਲੈਕਟ੍ਰਿਕ ਡਾਈਪੋਲ ਹੋ ਗਿਆ। ਜਿਹੜਾ ਡਿਸਟੈਂਸ ਹੈ ਇਹ 2a ਡਿਸਟੈਂਸ ਹੋ ਗਿਆ। ਠੀਕ ਹੈ, ਇਹਦੀ ਲੈਂਥ ਹੈ ਉਹਨੂੰ ਅਸੀਂ ਵੈਕਟਰ ਕੁਆਂਟੀਟੀ ਨਾਲ ਰਿਪਰੈਜ਼ੈਂਟ ਕਰਦੇ ਹਾਂ, 2a ਵੈਕਟਰ। ਠੀਕ ਹੈ, ਔਰ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਹੈ, ਕਿਉਂਕਿ ਵੈਕਟਰ ਕੁਆਂਟੀਟੀ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਹੋਏਗੀ, whose direction is from the charge minus q to charge plus q, ਮਾਈਨਸ q ਤੋਂ ਲੈ ਕੇ ਪਲੱਸ q ਵਾਲੇ ਪਾਸੇ ਨੂੰ ਇਹਦੀ ਅਸੀਂ ਡਾਇਰੈਕਸ਼ਨ ਲੈ ਲਾਂਗੇ। ਕਲੀਅਰ, ਇੱਥੋਂ ਤੱਕ ਗੱਲ ਕਲੀਅਰ ਹੋ ਗਈ। ਓਕੇ, ਦੈਨ ਇਲੈਕਟ੍ਰਿਕ ਡਾਈਪੋਲ ਮੂਵਮੈਂਟ। ਵਾਟ ਇਜ਼ ਇਲੈਕਟ੍ਰਿਕ ਡਾਈਪੋਲ ਮੂਵਮੈਂਟ? ਠੀਕ ਹੈ, ਇਹਨੂੰ ਧਿਆਨ ਦੇਣਾ ਹੈ। ਇਲੈਕਟ੍ਰਿਕ ਡਾਈਪੋਲ ਮੂਵਮੈਂਟ ਆਪਣਾ ਇਹ ਕਨਸੈਪਟ ਹੈ। ਇਹਨੂੰ ਆਪਾਂ ਡਿਫਾਈਨ ਕਿੱਦਾਂ ਕਰਦੇ ਹਾਂ? ਇਹਨੂੰ ਡੈਫੀਨੇਸ਼ਨ ਬੜੀ ਸਿੰਪਲ ਹੈ, ਇਟ ਇਜ਼ ਵੈਰੀ ਈਜ਼ੀ ਕਿ ਇਟ ਇਜ਼ ਡਿਫਾਈਨਡ ਐਜ਼ ਪ੍ਰੋਡਕਟ ਆਫ ਆਈਦਰ ਚਾਰਜ ਐਂਡ ਦਾ ਲੈਂਥ ਆਫ ਦਾ ਇਲੈਕਟ੍ਰਿਕ ਡਾਈਪੋਲ। ਆਪਾਂ ਆ ਜਿਹੜਾ ਡਾਈਪੋਲ ਲਿਆ ਸੀਗਾ, ਇਸ ਡਾਈਪੋਲ ਦੀ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਹੋਏਗੀ ਰਾਜੇ। ਜਿਹੜਾ ਅਸੀਂ ਡਾਈਪੋਲ ਲਿਆ ਇਹਦੀ ਡਾਈਪੋਲ ਮੂਵਮੈਂਟ ਹੋਏਗੀ। ਜਿਹੜਾ ਇਹ ਵਾਲਾ ਅਸੀਂ ਡਾਈਪੋਲ ਲਿਆ ਸੀਗਾ ਇਹਦੇ 'ਚ ਅਸੀਂ ਕੀ ਲਿਆ ਸੀ, ਦੋ ਚਾਰजेस ਲੈ ਲਏ ਔਰ ਦੋਨੋਂ ਚਾਰजेस ਕਿੱਦਾਂ ਦੇ ਹੈ, ਅਮਾਊਂਟ ਇਕੁਅਲ ਹੈ, ਮੈਗਨੀਟਿਊਡ ਇਕੁਅਲ ਹੈ, ਬਟ ਨੇਚਰ opposite hai. One is positive, one is negative, and they are separated by certain distance. In this case we have taken this distance as, how much is the distance? We have taken distance as 2a. ਇਹਨਾਂ ਦੋਨਾਂ ਵਿੱਚ ਜਿਹੜਾ ਡਿਸਟੈਂਸ ਹੈ 2a ਹੈ। ਠੀਕ ਹੈ, ਉਹ ਡਿਸਟੈਂਸ ਅਸੀਂ 2a ਕਿਉਂ ਲੈ ਰਹੇ ਹਾਂ ਉਹਦਾ ਆਪਾਂ ਬਾਅਦ ਵਿੱਚ ਡਿਸਕਸ ਕਰਾਂਗੇ, ਕਿਉਂਕਿ ਆਪਾਂ ਨਾ ਸੈਂਟਰ ਤੋਂ ਇਹਦਾ ਲੈਣਾ ਹੁੰਦਾ ਕਿੰਨਾ ਹੈ, ਆਹ ਵਾਲਾ ਡਿਸਟੈਂਸ ਕਿੰਨਾ ਹੈ। ਤਾਂ ਜੇ ਅਸੀਂ ਇਕੱਲਾ a ਲੈ ਲਾਂਗੇ ਬਾਅਦ ਵਿੱਚ ਸਾਨੂੰ ਜਦੋਂ ਸੈਂਟਰ ਤੋਂ ਲੈਣਾ ਪਊਗਾ ਤਾਂ ਉਹ a/2 ਐਦਾਂ ਦੇ ਕਨਸੈਪਟ ਲੈਣੇ ਪੈਣਗੇ। ਉਹਨੂੰ ਥੋੜਾ ਸਿੰਪਲੀਫਾਈ ਰੱਖਣ ਵਾਸਤੇ ਆਪਾਂ ਪਹਿਲੇ ਮੇਨ ਡਿਸਟੈਂਸ ਨੂੰ 2a ਲੈ ਲਿਆ। ਜੇ ਆਪਾਂ ਸੈਂਟਰ ਤੋਂ ਲਵਾਂਗੇ, ਇਹ ਸੈਂਟਰ ਹੈ ਮੰਨ ਲਓ ਆਹ ਵਾਲਾ, ਸੈਂਟਰ ਤੋਂ ਆ b ਦਾ ਡਿਸਟੈਂਸ ਕਿੰਨਾ ਹੋ ਜਾਊਗਾ a, ਤੇ ਐਵੇਂ ਜਿਹੜਾ ਆਹ ਵਾਲਾ ਸਾਡੇ ਕੋਲ ਮਾਈਨਸ ਕਿਊ ਚਾਰਜ ਜਿਹੜਾ a ਤੇ ਪਿਆ ਉਹਦਾ ਡਿਸਟੈਂਸ ਸੈਂਟਰ ਤੋਂ ਕਿੰਨਾ ਹੋ ਜਾਊਗਾ, ਦੈਟ ਇਜ਼ ਆਲਸੋ a। ਠੀਕ ਹੈ, ਤਾਂ ਉਹ ਸਾਡੇ ਕੋਲ ਈਜ਼ੀ ਹੋ ਜਾਏਗਾ। ਤਾਂ ਇਸ ਲਈ ਅਸੀਂ ਡਿਸਟੈਂਸ ਨੂੰ 2a ਲਿਆ ਹੋਇਆ ਹੈ। ਤਾਂ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਕੀ ਚੀਜ਼ ਹੈ, ਇਟ ਇਜ਼ ਦਾ ਪ੍ਰੋਡਕਟ ਆਫ, ਇਹ ਪ੍ਰੋਡਕਟ ਹੈ ਕਿਸ ਚੀਜ਼ ਦਾ, ਆਈਦਰ ਚਾਰਜ, ਕਿਉਂਕਿ ਦੋਨੋਂ ਚਾਰजेस ਸਾਡੇ ਕੋਲ ਸੇਮ ਹੈ, ਦੋਨੋਂ ਕਿਊ ਹੈ, ਇੱਕ ਮਾਈਨਸ ਹੈ ਇੱਕ ਪਲੱਸ ਹੈ। ਉਹ ਸਿਰਫ ਉਹਨਾਂ ਦਾ ਕੀ ਨੂੰ ਸ਼ੋ ਕਰ ਰਹੇ ਹਾਂ ਅਸੀਂ,
ठीक है, उन्होंने नेचर ਨੂੰ ਅਮਾਊਂਟ ਆਫ ਚਾਰਜ ਸੇਮ ਹੈ, ਆ ਵੀ ਕਿਉ ਹੈ, ਆ ਵੀ ਕਿਉ ਹੈ, ਤਾਂ ਅਸੀਂ ਕੋਈ ਵੀ ਲੈ ਲਈਏ, ਚਾਹੇ ਇਸ ਨੂੰ ਕੰਸੀਡਰ ਕਰ ਲਈਏ ਚਾਹੇ ਇਸ ਨੂੰ ਕੰਸੀਡਰ ਕਰ ਲਈਏ, ਚਾਰਜ ਹੋ ਗਿਆ, ਚਾਰਜ ਦੀ ਵੈਲਿਊ ਕਿੰਨੀ ਹੈ, ਕਿਉ ਹੈ, ਤਾਂ ਪ੍ਰੋਡਕਟ ਆਫ, ਇੱਥੇ ਦੇਖੋ ਤੁਸੀਂ ਆ ਚੀਜ਼ ਜਿਹੜੀ ਲਿਖੀ ਹੋਈ ਹੈ, ਠੀਕ ਹੈ, ਆ ਵਾਲਾ ਫਾਰਮੂਲਾ ਦੇਖੋ, ਦਿਸ ਇਜ਼ ਯੋਰ ਇਲੈਕਟ੍ਰਿਕ ਡਾਈਪੋਲ ਮੋਮੈਂਟ, ਠੀਕ ਹੈ, ਤਾਂ ਆ P ਨਾਲ ਆਪਾਂ ਇਹਨੂੰ ਰਿਪਰੈਜ਼ੈਂਟ ਕਰਦੇ ਹਾਂ, ਦੇਅਰਫੋਰ ਦੇ ਹੈਵ ਰਿਟਨ P ਵੈਕਟਰ, ਇਹ ਇਲੈਕਟ੍ਰਿਕ ਡਾਈਪੋਲ ਮੋਮੈਂਟ ਹੈ, ਦੈਟ ਇਜ਼ ਇਕੁਅਲ ਟੂ ਕਿੰਦੇ ਇਕੁਅਲ ਹੈ, ਕਿਉ ਇਜ਼ ਯੋਰ ਦਿਸ ਆਈਦਰ ਚਾਰਜ, ਕੋਈ ਵੀ ਚਾਰਜ, ਦੋਨਾਂ ਵਿੱਚੋਂ ਕੋਈ ਇੱਕ ਚਾਰਜ ਲੈ ਲਿਆ, ਕਿਉ ਲੈ ਲਿਆ, ਐਂਡ ਦੂਸਰੀ ਚੀਜ਼ ਅਸੀਂ ਕੀ ਲੈਣੀ ਹੈ, ਐਂਡ ਸੈਕਿੰਡ ਇਜ਼ ਲੈਂਥ ਆਫ ਦਾ ਇਲੈਕਟ੍ਰਿਕ ਡਾਈਪੋਲ, ਲੈਂਥ ਆਫ ਇਲੈਕਟ੍ਰਿਕ ਡਾਈਪੋਲ ਦਾ ਮਤਲਬ ਕੀ ਹੈ ਕਿ ਆ ਡਿਸਟੈਂਸ ਕਿੰਨਾ ਹੈ ਦੋਨੋਂ ਚਾਰਜਸ ਵਿੱਚ, ਉਹ ਲੈਂਥ ਹੈ ਦੀ, ਤਾਂ ਉਹ ਕਿੰਨਾ ਹੈ ਇਸ ਕੇਸ 'ਚ 2a ਹੈ, ਦੇਅਰਫੋਰ ਕਿਉ ਇਨਟੂ 2a, 2a ਨੂੰ ਆਪਾਂ ਇੱਥੇ ਉੱਤੇ ਕਿਹਾ ਸੀਗਾ ਵੀ ਇਟ ਇਜ਼ ਅ ਵੈਕਟਰ ਕੁਆਂਟੀਟੀ, ਆ ਦੇਖੋ 2a ਇਜ਼ ਅ ਵੈਕਟਰ ਕੁਆਂਟੀਟੀ, ਦੇਅਰਫੋਰ ਵੀ ਹੈਵ ਰਿਟਨ 2a ਵੈਕਟਰ, ਤਾਂ ਇਸ ਲਈ ਲੈਫਟ ਸਾਈਡ ਨੂੰ ਅਸੀਂ p ਵੈਕਟਰ ਲਿਖਿਆ, ਤਾਂ ਇਸ ਲਈ ਆਪਾਂ ਕਵਾਂਗੇ ਜਿਹੜਾ ਇਲੈਕਟ੍ਰਿਕ ਡਾਈਪੋਲ ਮੋਮੈਂਟ ਹੈ ਉਹ ਵੈਕਟਰ ਕੁਆਂਟੀਟੀ ਹੈ, p ਵੈਕਟਰ ਦੈਟ ਇਜ਼ ਇਕੁਅਲ ਟੂ q ਇਨਟੂ 2a, q ਇਜ਼ ਯੋਰ ਚਾਰਜ and 2a is the distance between the two charges, मतलब ਇਹਨੂੰ ਆਪਾਂ ਬੋਲਾਂਗੇ length of the electric dipole, therefore this p vector is equal to q into 2a, ਤਾਂ ਐਸੇ ਯੂਨਿਟ ਇਹਦਾ ਆਪਣੇ ਕੋਲ ਆ ਜਾਊਗਾ ਡਾਈਪੋਲ ਮੋਮੈਂਟ ਦਾ, ਉਹ ਕਿੰਨਾ ਆ ਜਾਏਗਾ, ਦੇਖੋ q ਦਾ ਯੂਨਿਟ ਕੀ ਹੈ, ਚਾਰਜ ਹੈ, ਕੂਲਮ, ਠੀਕ ਹੈ, ਔਰ ਆ ਵਾਲਾ 2a ਇਹ ਡਿਸਟੈਂਸ ਹੈ, ਕਾਹਦੇ ਚ ਹੋਏਗਾ, ਮੀਟਰ ਵਿੱਚ, therefore ਆਪਣੇ ਕੋਲ ਟੋਟਲ ਕੀ ਬਣ ਜਾਏਗਾ, ਕੂਲਮ ਮੀਟਰ, ਇਹ ਆਪਣੇ ਕੋਲ ਇਹਦਾ ਕੀ ਬਣ ਜਾਏਗਾ, SI ਯੂਨਿਟ, ठीक है, कूलम मीटर, ਇਹਨੂੰ ਆ ਲਿਖਿਆ ਹੋਇਆ cm, ਇਹ ਸੈਂਟੀਮੀਟਰ ਨਹੀਂ ਹੈਗਾ, ਧਿਆਨ ਰੱਖਣਾ ਹੈ, this is not centimeter, this is coulomb meter, okay, ਤਾਂ this is the SI unit of electric dipole moment, clear ਹੋ ਗਿਆ, ਠੀਕ ਹੈ, ਤਾਂ ਇੱਥੇ ਦੇਖੋ ਇੱਕ ਨੂਮੈਰਿਕ ਹੈ ਛੋਟਾ ਜਿਹਾ, an electric dipole is formed by +5 microcoulomb and -5 microcoulomb charge at 4 mm distance, calculate the dipole moment and give its direction, दोनों चार्जेस देते, दोनों ਉਹਨਾਂ ਵਿੱਚ ਡਿਸਟੈਂਸ ਦੇਤਾ, ਠੀਕ ਹੈ, ਆਪਾਂ ਕੀ ਕਰਨਾ ਹੈ, ਇਲੈਕਟ੍ਰਿਕ ਡਾਈਪੋਲ ਮੋਮੈਂਟ ਕੈਲਕੂਲੇਟ ਕਰਕੇ ਦੱਸਣਾ ਹੈ ਤੇ ਉਹਦੀ ਡਾਇਰੈਕਸ਼ਨ ਦੱਸਣੀ ਹੈ, ਹੇਅਰ q is equal to plus minus 5 ਕੂਲਮ ਮਾਈਕਰੋ ਕੂਲਮ, ਠੀਕ ਹੈ, ਪਲੱਸ ਮਾਈਨਸ ਆਪਾਂ ਤਾਂ ਲੈ ਲਿਆ ਵੀ ਦੋਨੋਂ ਇੱਕ ਪਲੱਸ ਹੈ ਇੱਕ ਮਾਈਨਸ ਹੈ, ਤਾਂ ਇਸ ਲਈ ਦੋਨੋਂ ਚਾਰਜ ਨੂੰ ਸ਼ੋ ਕਰਨ ਲਈ ਪਲੱਸ ਮਾਈਨਸ ਦੋਨੋਂ ਚੀਜ਼ਾਂ ਨੂੰ ਲਗਾ ਰਹੇ, ਕਿਉਂਕਿ ਇੱਕ ਪਲੱਸ ਹੈ ਇੱਕ ਮਾਈਨਸ ਹੈ, ਵੈਲਿਊ ਸੇਮ ਹੈ, 5 ਇੰਟੂ ਮਾਈਕਰੋ ਨੂੰ ਆਪਾਂ ਰਿਪਰੈਜ਼ੈਂਟ ਕਰਤਾ 5 ਇੰਟੂ 10⁻⁻⁶, ਇਹ ਕੂਲਮ ਬਣ ਗਿਆ ਚਾਰਜ ਤੁਹਾਡਾ, ਓਕੇ ਹੋ ਗਿਆ। ਡਿਸਟੈਂਸ ਜਿਹੜਾ 2a ਹੈ, ਜਿਹੜਾ ਡਿਸਟੈਂਸ ਹੈ ਉਹ ਆਪਾਂ ਕੀ ਲਿਆ ਸੀ ਐਸ ਕੇਸ 'ਚ 2a, ਆ ਡਿਸਟੈਂਸ ਹੈ, ਡਿਸਟੈਂਸ ਬਿਟਵੀਨ ਦਾ ਟੂ ਚਾਰਜਿਸ, ਉਹ ਆਪਾਂ ਨੂੰ ਇੱਥੇ ਨੂਮੈਰਿਕ ਵਿੱਚ ਕਿੰਨਾ ਦਿੱਤਾ ਹੋਇਆ ਸੀ, 4 mm ਡਿਸਟੈਂਸ, ਇਹਦਾ ਮਤਲਬ ਜਿਹੜਾ 4 mm ਹੈ ਉਹ 2a ਦੀ ਵੈਲਿਊ ਹੈ ਸਾਡੀ, 2a ਦੀ ਵੈਲਿਊ ਹੈ 4 mm ਨੂੰ ਆਪਾਂ ਮੀਟਰ 'ਚ ਕਨਵਰਟ ਕਰ ਲਾਂਗੇ ਕਿਉਂਕਿ ਆਪਾਂ ਆਪਦੇ ਯੂਨਿਟਸ ਵਿੱਚ ਕਨਵਰਟ ਕਰਨਾ ਜਿਹੜੇ ਬੇਸਿਕ ਯੂਨਿਟ ਹੈ ਸਾਡੇ, ਤਾਂ 4 mm ਨੂੰ ਅਸੀਂ ਕਨਵਰਟ ਕਰਤਾ 4 ਇੰਟੂ 10⁻³ ਮੀਟਰ, ਠੀਕ ਹੈ, ਮਿਲੀਮੀਟਰ ਸੀ ਨਾ, ਉਹਨੂੰ ਆਪਾਂ 1000 ਨਾਲ ਡਿਵਾਈਡ ਕਰਤਾ ਤਾਂ ਦੈਟ ਬਿਕਮ ਮੀਟਰ, ਠੀਕ ਹੈ। ਹੁਣ ਦੇਖੋ ਜਿਹੜਾ ਸਾਡਾ ਚਾਰਜ ਸੀਗਾ ਉਹ ਕੂਲਮ 'ਚ ਆ ਗਿਆ, ਜਿਹੜਾ ਸਾਡਾ ਡਿਸਟੈਂਸ ਸੀਗਾ ਉਹ ਸਾਡਾ ਕਾਹਦੇ 'ਚ ਆ ਗਿਆ, ਮੀਟਰ ਵਿੱਚ ਆ ਗਿਆ। ਸਭ ਤੋਂ ਪਹਿਲਾ ਕੰਮ ਇਹ ਕਰਨਾ ਹੁੰਦਾ ਵੀ ਉਹਨਾਂ ਨੂੰ ਜਿਹੜੇ SI ਯੂਨਿਟਸ ਆ ਉਹਦੇ 'ਚ ਕਨਵਰਟ ਕਰਨਾ ਹੈ। ਫਿਰ ਇਲੈਕਟ੍ਰਿਕ ਡਾਈਪੋਲ ਮੋਮੈਂਟ P ਆਪਣੇ ਕੋਲ ਆਪਾਂ ਨੂੰ ਪਤਾ ਹੈ ਫਾਰਮੂਲਾ P = ਕੀ ਹੁੰਦਾ, Q into 2a, ਇੱਥੇ ਵੈਲਿਊਜ਼ ਪੁੱਟ ਅਪ ਕਰਦੀਆਂ, P ਦੀ ਵੈਲਿਊ Q ਦੀ ਵੈਲਿਊ ਪੁੱਟ ਅਪ ਕਰਤੀ, A 2a ਦੀ ਵੈਲਿਊ ਪੁੱਟ ਅਪ ਕਰਤੀ, ਜਿਹੜਾ ਡਿਸਟੈਂਸ ਸੀ ਉਹ 2a ਸਿੱਧਾ ਆਪਣੇ ਕੋਲ 4 ਇੰਟੂ 10⁻³ ਹੈ, ਇਹਨਾਂ ਨੂੰ ਮਲਟੀਪਲਾਈ ਕਰਤਾ, ਮਲਟੀਪਲਾਈ ਕਰਕੇ ਤੁਹਾਡੇ ਕੋਲ ਆਹ ਵਾਲਾ ਆਨਸਰ ਆ ਗਿਆ, ਕਿੰਨਾ ਆਨਸਰ ਆ ਗਿਆ 2 ਇੰਟੂ 10⁻⁸, ਤਾਂ ਨਾਲ ਕੀ ਆ ਜਾਏਗਾ ਕੂਲਮ ਮੀਟਰ, ਤਾਂ ਦਿਸ ਇਜ਼ ਯੂਅਰ ਇਲੈਕਟ੍ਰਿਕ ਡਾਈਪੋਲ ਮੋਮੈਂਟ। ਉਹਨੇ ਪੁੱਛਿਆ ਸੀ ਨਾਲ ਡਾਇਰੈਕਸ਼ਨ, ਤਾਂ ਡਾਇਰੈਕਸ਼ਨ ਆਪਾਂ ਉੱਪਰ ਵੀ ਹੁਣੇ ਦੇਖਿਆ ਸੀਗਾ ਕਿ ਇਲੈਕਟ੍ਰਿਕ ਡਾਈਪੋਲ ਮੋਮੈਂਟ ਦੇ ਵਿੱਚ ਆਪਾਂ ਹੁਣੇ ਪੜ੍ਹਿਆ ਸੀਗਾ ਵੀ ਇਹਦੀ ਡਾਇਰੈਕਸ਼ਨ ਕਿੱਧਰ ਹੁੰਦੀ ਹੈ, ਉਹ ਹਮੇਸ਼ਾ ਨੈਗੇਟਿਵ ਟੂ ਪੋਜ਼ਿਟਿਵ ਵਾਲੇ ਪਾਸੇ ਹੁੰਦੀ ਹੈ, ਦੇਅਰਫੋਰ ਡਾਇਰੈਕਸ਼ਨ ਇਜ਼ ਫਰੋਮ ਨੈਗੇਟਿਵ ਟੂ ਪੋਜ਼ਿਟਿਵ ਚਾਰਜ, ਓਕੇ, ਕਲੀਅਰ ਹੋ ਗਿਆ। ਤਾਂ ਚਲੋ ਅਪ ਟੂ ਦਿਸ ਯੂ ਹੈਵ ਟੂ ਡੂ, ਠੀਕ ਹੈ, ਇਹਨੂੰ ਹੁਣੇ ਤੁਸੀਂ ਬੈਠ ਕੇ ਇਹਨੂੰ ਕਰ ਲੈਣਾ, ਤੇ ਇਹ ਬੇਟਾ ਨਾਲ ਕਾਪੀਜ਼ ਦੇ ਉੱਤੇ ਨਾ ਆਪਦੀ ਕਾਪੀ ਲਗਾ ਲਓ, ਉਹਦੇ ਤੇ ਥੋੜਾ ਜਿਹਾ ਨੋਟ ਕਰਿਆ ਕਰੋ, ਠੀਕ ਹੈ, ਕਲੀਅਰ ਹੈ। ਤਾਂ ਇਲੈਕਟ੍ਰਿਕ ਲਾਈਨਸ ਆਫ ਫੋਰਸ ਦਾ ਕਨਸੈਪਟ ਆਪਾਂ ਇਹ ਵਾਲਾ ਅੱਜ ਕਰ ਰਹੇ ਹਾਂ, ਠੀਕ ਹੈ, ਇਹ ਤੁਸੀਂ ਕੀਤਾ ਹੈ। ਜਿਹੜਾ ਉਸ ਤੋਂ ਪਹਿਲੇ ਆਪਾਂ ਕਨਸੈਪਟ ਕੀਤਾ ਸੀਗਾ, ਉਹ ਆਪਣੇ ਕੋਲ ਆ ਵਾਲਾ ਸੀਗਾ ਇਲੈਕਟ੍ਰਿਕ ਫੀਲਡ ਡਿਊ ਟੂ ਅ ਸਰਕੂਲਰ ਲੂਪ ਆਫ ਚਾਰਜ, ਇਹ ਆਪਾਂ ਲਾਸਟ ਲੈਕਚਰ ਵਿੱਚ ਕੀਤਾ ਸੀ, ਜੇ ਤੁਸੀਂ ਅਜੇ ਤੱਕ ਨਹੀਂ ਕੀਤਾ ਤਾਂ ਪਿਛਲਾ ਲੈਕਚਰ ਖੋਲ ਕੇ ਦੇਖ ਲੈਣਾ ਤੇ ਉਹਨੂੰ ਕਰ ਲੈਣਾ। ਇਲੈਕਟ੍ਰਿਕ
field due to a circular loop of charge. This concept we have done. ਠੀਕ ਹੈ, ਸਾਰਾ ਆਪਾਂ ਕਰ ਚੁੱਕੇ ਹਾਂ, ਇਹਨੂੰ ਧਿਆਨ ਨਾਲ ਦੇਖ ਲੈਣਾ ਸਾਰਿਆਂ ਨੇ। ਠੀਕ ਹੈ, ਔਰ ਤੁਸੀਂ ਉਸ ਤੋਂ ਬਾਅਦ ਆਹ ਵਾਲਾ ਇਲੈਕਟ੍ਰਿਕ ਲਾਈਨਸ ਆਫ ਫੋਰਸ ਇਹ ਕਰਨਾ ਹੈ। ਠੀਕ ਹੈ, ਇਹਨੂੰ ਧਿਆਨ ਨਾਲ ਸਾਰੇ ਨੂੰ ਅੱਜ ਇਹਨੂੰ ਚੰਗੀ ਤਰ੍ਹਾਂ ਇਲੈਕਟ੍ਰਿਕ ਲਾਈਨਸ ਆਫ ਫੋਰਸ ਦੀਆਂ ਪ੍ਰੋਪਰਟੀਜ਼ ਨੂੰ ਲਰਨ ਕਰਨਾ ਅੱਛੀ ਤਰ੍ਹਾਂ। ਫਿਰ ਇਹ ਜੇਕਰ ਦੋ ਚਾਰਜਿਸ ਹੈ, ਜੇਕਰ ਆਈਸੋਲੇਟਿਡ ਚਾਰਜਿਸ ਹੈ ਫਿਰ ਕਿਵੇਂ ਹੈ, ਜੇਕਰ ਦੋ ਚਾਰਜਿਸ ਦਾ ਆਪਣੇ ਕੋਲ ਇੱਕ ਸਿਸਟਮ ਹੈ, ਇੱਕ ਪੋਜ਼ਿਟਿਵ ਇੱਕ ਨੈਗੇਟਿਵ, ਜਾਂ ਫਿਰ ਦੋਨੋਂ ਸੇਮ ਚਾਰਜਿਸ, ਫਿਰ ਉਹ ਕਿਵੇਂ ਬਿਹੇਵ ਕਰਦੀ ਹੈ ਇਲੈਕਟ੍ਰਿਕ ਲਾਈਨਸ ਆਫ ਫੋਰਸ, ਇਹਦੇ ਬਾਰੇ ਆਪਾਂ ਕਰਾਂਗੇ। ਇਲੈਕਟ੍ਰਿਕ ਡਾਈਪੋਲ ਕੀ ਹੁੰਦਾ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਲੈਕਟ੍ਰਿਕ ਡਾਈਪੋਲ ਮੋਮੈਂਟ ਕੀ ਹੈ ਇਹ ਪਤਾ ਹੋਣਾ ਚਾਹੀਦਾ ਹੈ। ਤੇ ਛੋਟਾ ਮੋਟਾ ਜੇ ਆਪਾਂ ਕਨਸੈਪਟ ਆਉਂਦਾ ਹੈ ਇਹੋ ਜਿਹਾ ਨੁਮੈਰਿਕ ਵੀ ਉਹਦੇ ਸੋਲਵ ਕਰਨਾ ਹੈ ਤਾਂ ਆਪਾਂ ਕਰ ਸਕਦੇ ਹਾਂ ਈਜ਼ੀਲੀ। ਡਰਿਆ ਨਾ ਕਰੋ ਨੁਮੈਰਿਕਸ ਤੋਂ ਵੀ, ਨੁਮੈਰਿਕਸ ਹੈ ਤਾਂ ਕਿਵੇਂ ਹੋਏਗਾ, ਉਹਨੂੰ ਧਿਆਨ ਨਾਲ ਪੜ੍ਹੋ। ਫਾਰਮੂਲਾ ਤੁਹਾਨੂੰ ਆਉਣਾ ਚਾਹੀਦਾ, ਫਾਰਮੂਲਾ 'ਚ ਵੈਲਿਊਜ਼ ਪੁੱਟ ਅਪ ਕਰਨੀ ਹੈ। ਵੈਲਿਊਜ਼ ਪੁੱਟ ਅਪ ਕਰਨ ਲੱਗਿਆ ਧਿਆਨ ਰੱਖਣਾ ਹੈ ਵੀ ਐਸਆਈ ਯੂਨਿਟ ਹੋਣੀ ਚਾਹੀਦੀਆਂ, ਸੇਮ ਯੂਨਿਟ ਹੋਣੇ ਚਾਹੀਦੇ ਆ। ਵੈਲਿਊਜ਼ ਨੂੰ ਪੁੱਟ ਅਪ ਕਰ ਦਿਓ, ਯੂ ਵਿਲ ਬੀ ਗੈਟਿੰਗ ਦਾ ਆਨਸਰ। ਬਾਕੀ ਸਿੰਪਲ ਮੈਥਸ ਹੈ, ਮਲਟੀਪਲਾਈ ਕਰਨਾ ਹੈ, ਡਿਵਾਈਡ ਕਰਨਾ ਹੈ, ਉਹ ਤੁਸੀਂ ਕਰ ਸਕਦੇ ਹੋ ਈਜ਼ੀਲੀ। ਓਕੇ, ਠੀਕ ਹੈ, ਚਲੋ ਅਪ ਟੂ ਦਿਸ ਯੂ ਡੂ ਟੂਡੇ, ਇਹਨੂੰ ਧਿਆਨ ਨਾਲ ਕਰੋ। ਠੀਕ ਹੈ, ਐਂਡ ਦੂਸਰਾ ਆਪਾਂ ਕਵਾਂਗੇ ਵੀ ਜਿਹੜਾ ਤੁਸੀਂ ਸਕੂਲ ਦਾ ਬਾਕੀ ਦਾ ਕੰਮ ਹੈ ਬੇਟਾ ਉਹ ਧਿਆਨ ਨਾਲ ਕਰਦੇ ਰਹੋ। ਠੀਕ ਹੈ, ਜਿਵੇਂ ਜਿਵੇਂ ਕਰੀ ਜਾਓਗੇ ਉਵੇਂ ਉਵੇਂ ਤੁਹਾਡਾ ਥੋੜਾ ਇੰਟਰਸਟ ਵੀ ਬਣਿਆ ਰਹੂਗਾ। ਔਰ ਘਰ ਸਾਰਾ ਦਿਨ ਫ੍ਰੀ ਹੁੰਨੇ ਹੋ, ਐਟਲੀਸਟ ਇੰਨਾ ਕੁ ਸਾਨੂੰ ਜ਼ਰੂਰ ਧਿਆਨ ਕਰਨਾ ਚਾਹੀਦਾ ਹੈ। ਔਰ ਇਹਨਾਂ ਨੂੰ ਐਜ਼ ਹੋਲੀਡੇਜ਼ ਨਾ ਕੰਸੀਡਰ ਕਰੋ। ਠੀਕ ਹੈ, these are not holidays, ਇਹ ਸਪੈਸ਼ਲ ਇੱਕ ਆਪਾਂ ਕਹਿ ਸਕਦੇ ਹਾਂ ਸਮਾਂ ਜਿਹੜਾ ਨਾ ਇਦਾਂ ਦਾ ਸਮਾਂ ਕਦੇ ਆਇਆ ਸੀਗਾ ਨਾ ਹੀ ਕਦੇ ਆਣਾ ਹੈ। ਠੀਕ ਹੈ, ਕੋਵਿਡ-19 ਕਰਕੇ ਸਾਡੇ ਸਾਰਿਆਂ ਦੀ ਮਜਬੂਰੀ ਹੈ। ਹਜੇ ਆਪਾਂ ਨੂੰ ਇਹ ਨਹੀਂ ਪਤਾ ਆਪਣਾ ਸਕੂਲ ਐਜੂਕੇਸ਼ਨ ਸਿਸਟਮ ਕਦੋਂ ਪ੍ਰੋਪਰ ਸਟਾਰਟ ਹੋਏਗਾ। ਠੀਕ ਹੈ, ਬਟ ਜਦੋਂ ਅਸੀਂ ਡਾਈਵਰਸ ਕੰਡੀਸ਼ਨਸ ਦੇ ਅੰਦਰ ਕੁਝ ਅੱਛਾ ਕਰਦੇ ਆ ਨਾ ਫਿਰ ਹੀ ਪਤਾ ਚੱਲਦਾ। ਜਦੋਂ ਨੋਰਮਲ ਹਾਲਾਤ ਹੋਣ ਨਾ ਉਦੋਂ ਤਾਂ ਸਾਰੀਆਂ ਚੀਜ਼ਾਂ ਹੀ ਨੋਰਮਲ ਚੱਲਦੀਆਂ ਰਹਿੰਦੀਆਂ, ਉਦੋਂ ਨਹੀਂ ਪਤਾ ਚੱਲਦਾ ਕੌਣ ਅੱਛਾ ਹੈ ਕੌਣ ਮਾੜਾ ਹੈ ਕੌਣ ਕਿਵੇਂ ਹੈ। ਜਦੋਂ ਹਾਲਾਤ ਉਹੋ ਜਿਹੇ ਨਾ ਹੋਣ ਫਿਰ ਵੀ ਅਸੀਂ ਅੱਛਾ ਕਰੀਏ ਫਿਰ ਪਤਾ ਚੱਲਦਾ ਤੁਹਾਡੇ 'ਚ ਪੋਟੈਂਸ਼ੀਅਲ ਹੈ, ਤੁਸੀਂ ਵਧੀਆ ਕਰ ਸਕਦੇ ਹੋ। ਠੀਕ ਹੈ, ਸਮਝ ਗਏ ਨਾ। ਤਾਂ ਦੇਅਰਫੋਰ ਹੁਣ ਕੰਡੀਸ਼ਨਸ ਥੋੜ੍ਹੀਆਂ ਅੱਛੀਆਂ ਨਹੀਂ ਹੈਗੀਆਂ, ਫਿਰ ਵੀ ਜੇ ਹੁਣ ਜਿਹੜਾ ਬੱਚਾ ਪੜੂਗਾ ਉਹ ਅੱਗੇ ਨਿਕਲ ਜੂਗਾ, ਕਿਉਂਕਿ ਹੁਣ ਸਾਰਿਆਂ ਲਈ ਸੇਮ ਕੰਡੀਸ਼ਨਸ ਹੈ। ਪਹਿਲੇ ਇਹ ਹੁੰਦਾ ਸੀ ਕੋਈ ਜ਼ਿਆਦਾ ਪੈਸੇ ਵਾਲਾ ਟਿਊਸ਼ਨ ਰੱਖੀ ਫਿਰਦਾ, ਕੋਈ ਕੋਟੇ ਜਾ ਕੇ ਪੜ੍ਹੀ ਜਾਂਦਾ, ਕੋਈ ਦਿੱਲੀ ਜਾ ਕੇ ਪੜ੍ਹੀ ਜਾਂਦਾ ਹੈ ਨਾ। ਆਪਾਂ ਸੋਚਦੇ ਸੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਅਸੀਂ ਕੋਟੇ ਕਿਵੇਂ ਜਾਈਏ। ਹੁਣ ਸਾਰੇ ਬਰਾਬਰ ਕਰਤੇ ਨੇਚਰ ਨੇ। ਠੀਕ ਹੈ, ਕੋਟਾ ਵੀ ਬੰਦ ਹੈ, ਦਿੱਲੀ ਵੀ ਬੰਦ ਹੈ, ਚੰਡੀਗੜ੍ਹ ਵੀ ਬੰਦ ਹੈ। ਤਾਂ ਹੁਣ ਜਿਹੜਾ ਬੱਚਾ ਸਹੀ ਪੜੂਗਾ ਉਹ ਅੱਗੇ ਨਿਕਲੂਗਾ। ਠੀਕ ਹੈ, ਇਸ ਲਈ ਕੋਸ਼ਿਸ਼ ਕਰੋ ਇਸ ਸਾਲ ਵਧੀਆ ਕੁਝ ਕਰਨ ਦੀ, ਵਧੀਆ ਪਰਫਾਰਮ ਕਰਨ ਦੀ। ਐਂਡ ਹੈਪੀ ਲਰਨਿੰਗ, ਆਲ ਦਾ ਬੈਸਟ। ਠੀਕ ਹੈ, ਅੱਛਾ ਪੜ੍ਹੋ, ਜੇ ਅੱਛਾ ਪੜਾਂਗੇ ਆਪਾਂ ਠੀਕ ਹੈ ਤੇ ਨੈਚੁਰਲ ਹੈ ਵੀ ਫਿਰ ਅਸੀਂ ਕੁਝ ਵਧੀਆ ਕਰ ਪਾਵਾਂਗੇ। ਠੀਕ ਹੈ, ਔਰ ਉਹਦੇ ਲਈ ਕੋਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਜੇ ਇਹ ਸੋਚੀ ਚੱਲੀਏ ਵੀ ਐਦਾਂ ਹੋ ਨਹੀਂ ਸਕਦਾ। ਸੋਚਣ ਨਾਲ ਨਹੀਂ ਹੁੰਦਾ, ਕਰਨ ਨਾਲ ਹੁੰਦਾ। ਜੇ ਕੋਈ ਇਹ ਨਾ ਇਹ ਸੋਚੀ ਚੱਲੇ ਨਾ ਵੀ ਆਹ ਚੀਜ਼ ਤਾਂ ਆਉਂਦੀ ਨਹੀਂ ਗਈ, ਆ ਤਾਂ ਐਦਾਂ ਹੈ, ਆ ਤਾਂ ਐਦਾਂ, ਐਦਾਂ ਨਹੀਂ ਹੁੰਦਾ। ਤੁਸੀਂ ਧਿਆਨ ਨਾਲ ਪੜ੍ਹੋ, ਆਟੋਮੈਟਿਕਲੀ ਆਊਗਾ। ਲਿਖ ਕੇ ਦੇਖੋ ਟੌਪਿਕਸ ਨੂੰ। ਠੀਕ ਹੈ, ਪਹਿਲੇ ਪੜ੍ਹੋ ਫਿਰ ਉਹਨੂੰ ਲਰਨ ਕਰੋ, ਲਰਨ ਕਰਨ ਤੋਂ ਬਾਅਦ ਉਹਨੂੰ ਆਪਣੇ ਆਪ ਕਾਪੀ ਦੇ ਉੱਪਰ ਲਿਖੋ। ਜੋ 2-3 ਵਾਰੀ ਲਿਖੋਗੇ ਫਿਰ ਆਟੋਮੈਟਿਕਲੀ ਤੁਹਾਨੂੰ ਪੂਰਾ ਟੌਪਿਕ ਕਵਰ ਹੋ ਜਾਏਗਾ। ਕਲੀਅਰ? ਚਲੋ, ਆਲ ਦਾ ਬੈਸਟ ਐਂਡ ਹੈਪੀ ਲਰਨਿੰਗ। ਬਾਏ ਬੇਟਾ।